ਹੈਲੋ एवरीवन एग्जाम ओरिएंटेड टॉपिक यूट्यूब ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਮੈਕਰੋ ਇਕਨੋਮਿਕਸ ਬਾਰੇ ਜਾਣਕਾਰੀ ਹਾਸਲ ਕਰਾਂਗੇ। ਇੱਕੋ ਹੀ ਲੈਕਚਰ ਵਿੱਚ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਏਗਾ ਕਿ ਮੈਕਰੋ ਇਕਨੋਮਿਕਸ ਦੀ ਮਤਲਬ ਕਿਆ ਡੈਫੀਨੇਸ਼ਨ ਹੈ, ਕਿਆ ਉਸਦੇ ਫੀਚਰਸ ਹੈ ਤੇ ਹੋਲ ਆਫ ਇੰਡੀਆ ਵਿੱਚ ਜੇ ਆਪਾਂ ਗੱਲ ਕਰੀਏ ਉਸ ਨੂੰ ਕਿਸ ਤਰ੍ਹਾਂ ਰਿਲੇਟ ਕਰ ਸਕਦੇ ਹਾਂ ਆਪਾਂ, ਤਾਂ ਸਾਰੀ ਜਾਣਕਾਰੀ ਤੁਹਾਨੂੰ ਇੱਕੋ ਹੀ ਵੀਡੀਓ 'ਚ ਪਤਾ ਲੱਗ ਜਾਏਗੀ। ਕਿਉਂਕਿ ਜਦੋਂ ਵੀ ਆਪਾਂ ਇਕਨੋਮਿਕਸ ਪੜ੍ਹਦੇ ਹਾਂ ਐਜ਼ ਅ ਐਗਜ਼ਾਮ ਦੇ ਪਰਸਪੈਕਟਿਵ ਪੜ੍ਹਦੇ ਹਾਂ ਆਪਾਂ, ਤਾਂ ਹਮੇਸ਼ਾ ਮੈਕਰੋ ਇਕਨੋਮਿਕਸ ਨੂੰ ਧਿਆਨ 'ਚ ਰੱਖ ਕੇ ਪੜ੍ਹਦੇ ਹਾਂ ਮੋਸਟਲੀ ਆਪਾਂ, ਹੈ ਨਾ। ਇਨਫਲੇਸ਼ਨ ਬਾਰੇ ਗੱਲ ਆਖਦੇ ਹਾਂ ਆਪਾਂ, ਇੰਪਲੋਇਮੈਂਟ ਬਾਰੇ ਗੱਲ ਆਖਦੇ ਹਾਂ, ਤਾਂ ਆਪਾਂ ਹਮੇਸ਼ਾ ਹੀ ਮੈਕਰੋ ਇਕਨੋਮਿਕਸ ਵੱਲ ਹੀ ਧਿਆਨ ਦਿੰਦੇ ਹੁੰਦੇ ਹਾਂ। ਤਾਂ ਤੁਹਾਨੂੰ ਅੱਜ ਪਤਾ ਹੋਣਾ ਚਾਹੀਦਾ ਕਿ ਆਪਾਂ ਮੈਕਰੋ ਇਕਨੋਮਿਕਸ ਵਿੱਚ ਸਾਨੂੰ ਕੀ ਕੀ ਚੀਜ਼ਾਂ ਦੇਖਣ ਨੂੰ ਮਿਲਦੀਆਂ, ਦੈਨ ਕਿਸ ਤਰ੍ਹਾਂ ਆਪਾਂ ਡੀਲ ਕਰਦੇ ਹਾਂ, ਉਹ ਸਾਰੀ ਜਾਣਕਾਰੀ ਤੁਹਾਨੂੰ ਇਸ ਵਿੱਚ ਮਿਲ ਜਾਏਗੀ। ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲੇ ਦੇਖੋ, ਕਹਿੰਦੇ ਇਕਨੋਮਿਕਸ ਹੈ ਕੀ ਹੈ। ਪਹਿਲੇ ਤਾਂ ਇਹ ਪਤਾ ਹੋਣਾ ਚਾਹੀਦਾ ਤੁਹਾਨੂੰ ਪਤਾ ਕਿ ਸਾਡਾ ਜਿਹੜਾ ਵਰਲਡ ਹੈ ਨਾ, ਮਤਲਬ ਜੇ ਆਪਾਂ ਆਪਣੇ ਅਰਥ ਦੀ ਗੱਲ ਕਰੀਏ, ਸਾਡੇ ਕੋਲ ਸਿਰਫ ਲਿਮਟਿਡ ਰਿਸੋਰਸਿਸ ਹੈ। ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਕੋਲ ਹੋ ਗਿਆ, ਦੈਨ ਇਸ ਨਾਲ ਬਣਨ ਵਾਲੀ ਜਿਹੜੀ ਚੀਜ਼ਾਂ ਹੋ ਗਈਆਂ, ਵਾਟਰ ਹੋ ਗਿਆ, ਇਸ ਨਾਲ ਬਣਨ ਵਾਲੀ ਚੀਜ਼ਾਂ ਜਿਹੜੀਆਂ ਹੋ ਗਈਆਂ ਉਹ ਸਾਰੀਆਂ ਲਿਮਟਿਡ ਹੈ। ਸਾਡਾ ਕੰਮ ਕੀ ਹੈ, ਇਕਨੋਮਿਕਸ ਕਹਿੰਦਾ ਹੈ ਕਿ ਸਾਡਾ ਕੰਮ ਇਹ ਹੈ ਕਿ ਆਪਾਂ ਸਿਰਫ ਸਟੱਡੀ ਕਰਨੀ ਹੈ ਇਹਨਾਂ ਲਿਮਟਿਡ ਰਿਸੋਰਸਿਸ ਦੀ, ਤਾਂ ਕਿ ਆਪਾਂ ਇਸ ਤਰੀਕੇ ਨਾਲ ਸਟੱਡੀ ਕਰੀਏ ਤਾਂ ਕਿ ਆਪਾਂ ਵੱਧ ਤੋਂ ਵੱਧ ਲੋਕਾਂ ਤੱਕ ਇਸੇ ਡਿਸਟਰੀਬਿਊਟ ਕਰ ਸਕੀਏ। ਜਿਵੇਂ ਤੁਹਾਡੇ ਕੋਲ ਪਾਣੀ ਪਹੁੰਚ ਰਿਹਾ ਹੈ ਨਾ, ਜਿਵੇਂ ਕੋਲ ਨਾਲ ਬਣੀਆਂ ਚੀਜ਼ਾਂ ਤੁਹਾਡੇ ਕੋਲ ਪਹੁੰਚ ਰਹੀਆਂ, ਲੱਕੜ ਨਾਲ ਬਣੀਆਂ ਚੀਜ਼ਾਂ ਤੁਹਾਡੇ ਕੋਲ ਪਹੁੰਚ ਰਹੀਆਂ, ਇਹ ਜਿਹੜੀ ਡੀਲਿੰਗ ਹੋ ਰਹੀ ਹੈ, ਤੁਹਾਡੇ ਕੋਲ ਜਿਹੜੀ ਚੀਜ਼ਾਂ ਪਹੁੰਚ ਰਹੀਆਂ, ਇਸ ਦੀ ਇੱਕ ਸਟੱਡੀ ਹੁੰਦੀ ਹੈ, ਇਸ ਦਾ ਇੱਕ ਬੇਸ ਬੈਠਦਾ ਜਿਸ ਦੇ ਆਧਾਰ 'ਤੇ ਮਤਲਬ ਤੁਹਾਡੇ ਕੋਲ ਇਹ ਸਾਰੇ ਮਤਲਬ ਰਿਸੋਰਸਿਸ ਤੁਹਾਡੇ ਕੋਲ ਅਵੇਲੇਬਲ ਹੁੰਦੇ ਨੇ। ਜੇ ਇਹਦੀ ਸਹੀ ਤਰੀਕੇ ਨਾਲ ਡੀਲਿੰਗ ਨਾ ਹੋਵੇ, ਸਾਰਾ ਕੁਝ ਖਰਾਬ ਹੋ ਜਾਏਗਾ। ਦੈਨ ਹਰੇਕ ਲੋਕਾਂ ਕੋਲ ਸਹੀ ਤਰੀਕੇ ਨਾਲ ਚੀਜ਼ ਨਹੀਂ ਪਹੁੰਚ ਪਾਏਗੀ। ਤਾਂ ਇਕਨੋਮਿਕਸ ਇਹੀ ਸਿਖਾਉਂਦਾ ਸਾਨੂੰ ਕਿ ਆਪਾਂ ਕਿਸ ਤਰ੍ਹਾਂ ਐਫੀਸ਼ੀਐਂਟ ਯੂਜ਼ ਕਰੀਏ ਇਹਨਾਂ ਲਿਮਟਿਡ ਰਿਸੋਰਸਿਸ, ਸਕਾਰਸ ਰਿਸੋਰਸਿਸ, ਯਾਨੀ ਕਿ ਆਪਾਂ ਲਿਮਟਿਡ ਰਿਸੋਰਸਿਸ ਦਾ ਕਿਸ ਤਰੀਕੇ ਨਾਲ ਯੂਜ਼ ਕਰੀਏ। ਉਹ ਇਹ ਚੀਜ਼ ਆਪਣਾ ਜਿਹੜਾ ਹੈ ਕੀ ਨਾਮ ਹੈ, ਇਕਨੋਮਿਕਸ ਸਿਖਾਉਂਦਾ। ਪਹਿਲੀ ਗੱਲ ਤਾਂ ਇਹ ਸਮਝ ਆਉਣ ਲੱਗ ਜਾਣੀ ਚਾਹੀਦੀ ਹੈ, ਕਿਉਂਕਿ ਜਿਹੜਾ ਇਨਸਾਨ ਹੈ ਨਾ, ਉਸਦੀ ਅਨਲਿਮਟਿਡ ਵਾਂਟ ਹੈ, ਠੀਕ ਹੈ। ਉਹ ਬਹੁਤ ਕੁਝ ਚਾਹੁੰਦਾ ਹੈ, ਮਗਰ ਸਾਡੇ ਕੋਲ ਜਿਹੜੇ ਰਿਸੋਰਸਿਸ ਆ ਉਹ ਲਿਮਟਿਡ ਹੈ। ਤਾਂ ਸਾਨੂੰ ਬੜੇ ਸਹੀ ਤਰੀਕੇ ਨਾਲ ਚੋਇਸ ਕਰਨਾ ਪਏਗਾ ਅਤੇ ਸਹੀ ਤਰੀਕੇ ਨਾਲ ਐਲੋਕੇਟ ਕਰਨੇ ਪੈਣੇ ਆਪਣੇ ਰਿਸੋਰਸਿਸ। ਸਮਝ ਪਾ ਰਹੇ ਹੋ? ਸਹੀ ਤਰੀਕੇ ਨਾਲ ਐਲੋਕੇਟ। ਸਾਡੇ ਆਸੇ ਪਾਸੇ ਤੁਸੀਂ ਜਿੰਨੀਆਂ ਚੀਜ਼ਾਂ ਦੇਖ ਰਹੇ ਹੋ ਜੇ ਸਾਡੇ ਕੋਲ ਪਹੁੰਚ ਰਹੀਆਂ, ਇਹਦੀ ਪ੍ਰੋਪਰ ਸਟੱਡੀ ਹੁੰਦੀ ਹੈ, ਇਸ ਦਾ ਪ੍ਰੋਪਰ ਪ੍ਰੋਡਕਸ਼ਨ ਦੇ ਲਈ ਫੈਸਲੇ ਲਿੱਤੇ ਜਾਂਦੇ ਨੇ, ਦੈਨ ਡਿਸਟਰੀਬਿਊਟ ਕੀਤਾ ਜਾਂਦਾ। ਐਵੇਂ ਨਹੀਂ ਤੁਹਾਡੇ ਕੋਲ ਚੀਜ਼ਾਂ ਪਹੁੰਚ ਜਾਂਦੀਆਂ ਕਿ ਮਾਰਕੀਟ 'ਚ ਬਣੀ ਚੀਜ਼ ਤਾਂ ਤੁਹਾਡੇ ਕੋਲ ਆ ਗਈ, ਐਵੇਂ ਨਹੀਂ ਹੁੰਦਾ। ਪੂਰੀ ਡੀਲਿੰਗ ਹੁੰਦੀ ਹੈ। ਇੱਕ ਕੰਟਰੀ ਸੋਚਦਾ ਹੈ ਕਿ ਅਸੀਂ ਆਪਣੀ ਜਨਤਾ ਨੂੰ ਰਿਸੋਰਸਿਸ ਵਿੱਚ ਉਹ ਕਿਵੇਂ ਬਣਾ ਕੇ ਚੀਜ਼ਾਂ ਦੇ ਸਕਦੇ ਹਾਂ। ਦੈਨ ਹਰੇਕ ਚੀਜ਼ਾਂ ਨਹੀਂ ਬਣਾਈਆਂ ਜਾ ਸਕਦੀਆਂ। ਅੱਜ ਤੋਂ ਪਹਿਲਾਂ ਭਾਰਤ ਜਦੋਂ ਆਜ਼ਾਦ ਹੋਇਆ ਸੀ, ਉਸ ਤੋਂ ਜੋ ਭਾਰਤ ਸੋਚ ਰਿਹਾ ਸੀ ਅੱਜ ਉਵੇਂ ਨਹੀਂ ਸੋਚਦਾ, ਕਿਉਂਕਿ ਉਸ ਵਕਤ ਰਿਕੁਆਇਰਮੈਂਟ ਕੀ ਸੀ ਕਿ ਰੋਟੀ, ਕੱਪੜਾ, ਮਕਾਨ ਪੂਰਾ ਹੋ ਜਾਵੇ। ਅੱਜ ਰਿਕੁਆਇਰਮੈਂਟ ਕੀ ਹੈ, ਆਪਾਂ ਐਕਸਟਰਾ ਚੀਜ਼ਾਂ ਪੂਰੀਆਂ ਕਰੀਏ, ਆਪਣੀਆਂ ਵਾਂਟਸ ਪੂਰੀਆਂ ਕਰੀਏ, ਨਵੇਂ ਚੀਜ਼ਾਂ ਪੂਰੀਆਂ ਕਰੀਏ, ਹੈ ਨਾ। ਤਾਂ ਇਹ ਚੀਜ਼ਾਂ ਸਮਝਣੀਆਂ ਜ਼ਰੂਰੀ ਹੈ। ਓਕੇ, ਇਕਨੋਮਿਕਸ ਹੈਲਪ ਕੀ ਕਰਦੀ ਹੈ ਕਿ ਇਸ ਤਰ੍ਹਾਂ ਜਿਹੜੇ ਇਕਨੋਮਿਕ ਇਸ਼ੂ ਨਿਕਲ ਕੇ ਸਾਹਮਣੇ ਆਉਂਦੇ ਨੇ, ਹੈ ਨਾ, ਮਤਲਬ ਲੋਕਾਂ ਕੋਲ ਜੇ ਸਹੀ ਤਰੀਕੇ ਨਾਲ ਰਿਸੋਰਸਿਸ ਨਹੀਂ ਪਹੁੰਚ ਰਹੇ ਤਾਂ ਕਿਸ ਤਰ੍ਹਾਂ ਪਹੁੰਚਾਏ ਜਾਣ ਉਹਨਾਂ ਕੋਲ। ਡਰ ਇਹ ਇਕਨੋਮਿਕਸ ਹੈਲਪ ਕਰਦੀ ਹੈ, ਸਟੱਡੀ ਕਰਦੀ ਹੈ, ਬੇਸ ਬਣਾਉਂਦੀ ਹੈ, ਦੱਸਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਰਿਸੋਰਸਿਸ ਨੂੰ ਲੋਕੇਟ ਕਰ ਸਕਦੇ ਹੋ। ਓਕੇ, ਸੋ ਜੇ ਆਪਾਂ ਨੇ ਟਰਮ ਇਕੱਲਾ ਇਕਨੋਮਿਕਸ ਟਰਮ ਸਮਝਣਾ ਹੋਵੇ, ਇਹ ਗ੍ਰੀਕ ਏਸ਼ੀਅਨ ਗ੍ਰੀਕ ਦਾ ਹੀ ਵਰਡ ਹੈ, ਇਸ ਨੂੰ ਆਪਾਂ ਓਕੀਓਨੋਮੀਆ ਕਹਿੰਦੇ ਹਾਂ। ਦੈਨ ਇਸ ਵਿੱਚ ਹੁੰਦਾ ਕੀ ਹੈ ਕਿ ਆਪਣੇ ਹਾਊਸ ਹੋਲਡ ਨੂੰ ਮੈਨੇਜ ਕਰਨਾ, ਕਿਸ ਤਰ੍ਹਾਂ ਲੈ ਕੇ ਚੱਲਣਾ। ਜਿਵੇਂ ਤੁਹਾਡੇ ਪਰਿਵਾਰ ਵਿੱਚ ਜੇ ਮੈਂ ਗੱਲ ਆਖਾਂ, ਤੁਹਾਡੇ ਫਾਦਰ ਮਦਰ ਮਤਲਬ ਪੂਰਾ ਮੈਨੇਜ ਕਰਕੇ ਚੱਲਦੇ ਆ ਕਿ ਕਿਸ ਤਰ੍ਹਾਂ ਯੂਜ਼ ਕਰੀਏ ਰਿਸੋਰਸਿਸ ਦਾ, ਹੈ ਨਾ। ਤੁਹਾਡੀ ਜਿਹੜੀ ਸੈਲਰੀ ਹੈ, ਪਰਿਵਾਰ ਦੀ ਜਿਹੜੀ ਸੈਲਰੀ ਹੈ, ਉਹ ਕਿਸ ਤਰ੍ਹਾਂ ਲੱਗੇ, ਕਿਸ ਤਰ੍ਹਾਂ ਸਪੈਂਡ ਕੀਤੀ ਜਾਵੇ, ਕਿਸ ਤਰ੍ਹਾਂ ਸੇਵ ਕੀਤੀ ਜਾਵੇ। ਇਹਨੂੰ ਹੀ ਤੁਸੀਂ ਕੰਟਰੀ ਲੈਵਲ ਤੋਂ ਸੋਚ ਲਓ ਕਿ ਜਿਹੜੀ ਸਾਡੀ ਸਰਕਾਰ ਆ ਉਹ ਸੋਚਦੀ ਹੈ ਕਿੱਥੇ ਇਨਵੈਸਟਮੈਂਟ ਕੀਤੀ ਜਾਵੇ, ਕਿੱਥੇ ਵੈਲਫੇਅਰ ਸਕੀਮ ਲਈ ਪੈਸਾ ਲਗਾਇਆ ਜਾਵੇ, ਕਿੱਥੇ ਲੋਨਸ ਲਈ ਪੈਸਾ ਦਿੱਤਾ ਜਾਵੇ ਲੋਕਾਂ ਨੂੰ। ਇਹ ਸਾਰਾ ਕੁਝ ਸੋਚਣਾ ਤਾਂ ਕਿ ਸਹੀ ਤਰੀਕੇ ਨਾਲ ਲੋਕਾਂ ਨੂੰ ਤੱਕ ਗੁਡਸ ਅਤੇ ਸਰਵਿਸਿਜ਼ ਪਹੁੰਚ ਪਾਉਣ, ਇਹੀ ਇਕਨੋਮਿਕਸ ਸਿਖਾਏਗੀ ਸਾਨੂੰ, ਹੋਰ ਕੁਛ ਵੀ ਨਹੀਂ ਹੈ। ਦੈਨ ਸਮਝ ਪਾ ਰਹੇ ਹੋ ਨਾ। ਤਾਂ ਇਸੀ ਇਕਨੋਮਿਕਸ ਨੂੰ ਆਪਾਂ ਦੋ ਤਰੀਕੇ ਨਾਲ ਵੰਡ ਦਿੰਦੇ ਹਾਂ, ਮਾਈਕਰੋ ਅਤੇ ਮੈਕਰੋ, ਠੀਕ ਹੈ, ਮਾਈਕਰੋ ਅਤੇ ਮੈਕਰੋ। ਦੈਨ ਜੇ ਆਪਾਂ ਅੱਗੇ ਗੱਲ ਆਖੀ ਮਾਈਕਰੋ ਇਕਨੋਮਿਕਸ ਕੀ ਕਹਿੰਦੀ ਹੈ, ਮਾਈਕਰੋ ਇਕਨੋਮਿਕਸ ਸਿਰਫ ਪ੍ਰੈਕਟੀਕਲ ਇੰਪੋਰਟੈਂਸ ਦੀ ਗੱਲ ਕਰਦੀ ਹੈ, ਥਿਓਰੀਟੀਕਲ ਇੰਪੋਰਟੈਂਸ ਦੀ ਗੱਲ ਆਖਦੀ ਹੈ। ਇਸ ਵਿੱਚ ਸਿਰਫ ਨੋਰਮਲ ਜਿਹੜੀ ਹੈ ਮਾਈਕਰੋ ਇਕਨੋਮਿਕਸ ਇੱਕ ਛੋਟੇ ਦਰ, ਯਾਨੀ ਕਿ ਇੱਕ ਉਸਦਾ ਜਿਹੜਾ ਮਤਲਬ ਬੇਸ ਹੁੰਦਾ ਨਾ ਬਹੁਤ ਛੋਟਾ ਹੁੰਦਾ, ਪਰਟੀਕੂਲਰ ਲੈਵਲ ਦੀ ਗੱਲ ਆਖੇਗੀ, ਪਰਟੀਕੂਲਰ ਬ੍ਰਾਂਚ ਆਫ ਇਕਨੋਮਿਕਸ ਦੀ ਗੱਲ ਆਖੇਗੀ, ਪਰਟੀਕੂਲਰ ਪਬਲਿਕ ਫਾਈਨੈਂਸ ਦੀ ਗੱਲ ਆਖ ਦੇਗੀ, ਇੰਟਰਨੈਸ਼ਨਲ ਇਕਨੋਮਿਕਸ ਦੀ ਗੱਲ ਆਖ ਦੇਗੀ। ਬਟ ਜਿਹੜਾ ਮੈਕਰੋ ਹੈ ਪੂਰਾ ਹੋਲ ਆਫ ਇੰਡੀਆ ਦੀ ਗੱਲ ਆਖਦਾ, ਹੋਲ ਆਫ ਦੀ ਵਰਲਡ ਦੀ ਗੱਲ ਆਖਦਾ। ਕਦੇ ਵੀ ਮਾਈਕਰੋ ਇਕਨੋਮਿਕਸ ਪੂਰੇ ਵੱਡੇ ਬੇਸ 'ਤੇ ਨਹੀਂ ਲੈ ਕੇ ਜਾਇਆ ਜਾ ਸਕਦਾ, ਇਹ ਤੁਸੀਂ ਧਿਆਨ 'ਚ ਰੱਖਣਾ। ਓਕੇ, ਇਹ ਮਾਈਕਰੋ ਇਕਨੋਮਿਕਸ ਇਸ ਵਿੱਚ ਮਤਲਬ ਆਜ਼ਾਦੀ ਹੁੰਦੀ ਹੈ ਕੰਜ਼ਿਊਮਰ ਅਤੇ ਪ੍ਰੋਡਿਊਸਰ ਨੂੰ ਕਿ ਉਹ ਕੀ ਬਣਾਉਣਾ ਚਾਹੁੰਦੇ ਹਨ, ਕਿਸ ਤਰ੍ਹਾਂ ਬਣਾਉਣਾ ਚਾਹੁੰਦੇ ਹਨ, ਕਿੰਨੀਆਂ ਚੀਜ਼ਾਂ ਬਣਾਉਣਾ ਚਾਹੁੰਦੇ ਹਨ, ਪੂਰੀ ਆਜ਼ਾਦੀ ਹੁੰਦੀ ਹੈ। ਕਿਸ ਤਰ੍ਹਾਂ ਲੋਕੇਟ ਕਰਨਾ,
ਡਨ। ਓਕੇ, ਮੈਕਰੋ ਇਕਨੋਮਿਕਸ ਕੀ ਹੈ? ਇਸਦਾ ਬਿਹੇਵੀਅਰ ਹੈਗਾ ਕਿ ਭਾਈ ਅਸੀਂ ਤਾਂ ਪੂਰੇ ਵਰਲਡ ਲਈ ਸੋਚ ਰਹੇ, ਅਸੀਂ ਤਾਂ ਇਨਫਲੇਸ਼ਨ ਦੇਖਣੀ ਹੈ, ਮਹਿੰਗਾਈ ਦਰ ਕਿੰਨੀ ਹੈ, ਲੋਕਾਂ ਤੱਕ, ਲੋਕਾਂ ਦੀ ਪਹੁੰਚ 'ਚ ਪੈਸਾ ਆ ਰਿਹਾ ਜਾਂ ਨਹੀਂ ਆ ਰਿਹਾ, ਲੋਕੀ ਆਪਣੇ ਪੈਸੇ ਨਾਲ ਖਰੀਦ ਪਾ ਰਿਹਾ ਨਹੀਂ ਪਾ ਰਿਹਾ, ਡਿਮਾਂਡ ਹੋ ਰਹੀ ਹੈ ਨਹੀਂ ਹੋ ਰਹੀ ਹੈ, ਸਪਲਾਈ ਸਾਈਡ ਸਹੀ ਹੈਗੀ ਹੈ ਨਹੀਂ ਸਹੀ ਹੈਗੀ ਹੈ, ਲੋਕਾਂ ਨੂੰ ਕਾਰੋਬਾਰ ਮਿਲ ਪਾ ਰਿਹਾ ਨਹੀਂ ਮਿਲ ਪਾ ਰਿਹਾ। ਸਮਝ ਪਾ ਰਹੇ ਹੋ? ਇੱਕ ਜਨਰਲ ਪ੍ਰਾਈਸ ਲੈਵਲ ਦੇਖ ਰਿਹਾ, ਆਲ ਓਵਰ 'ਚ ਜਨਰਲ ਪ੍ਰਾਈਸ ਲੈਵਲ ਦੇਖੇਗਾ, ਕੰਜ਼ਿਊਮਰ ਪ੍ਰਾਈਸ ਇੰਡੈਕਸ ਹੋ ਗਿਆ, ਹੋਲਸੇਲ ਪ੍ਰਾਈਸ ਇੰਡੈਕਸ ਹੋ ਗਿਆ, ਵੱਡੀ ਇਕਨੋਮਿਕਸ, ਪੂਰੀ ਇਕਨੋਮਿਕਸ। ਇਸ ਵਿੱਚ ਇਸਦਾ ਦਾਇਰਾ ਬਹੁਤ ਛੋਟਾ ਹੈ, ਮਗਰ ਇਸਦਾ ਦਾਇਰਾ ਵੱਡਾ ਹੈ। ਦੈਨ ਇਸਦਾ ਦਿਲ ਵੀ ਵੱਡਾ ਹੈ, ਤਾਂ ਕੰਮ ਵੀ ਵੱਡਾ ਹੈ। ਓਕੇ, ਹੁਣ ਇਹਦਾ ਡਿਫਰੈਂਸ ਜਾਣ ਲਓ ਮਾਈਕਰੋ ਤੋਂ ਮੈਕਰੋ ਇਕਨੋਮਿਕਸ ਵਿੱਚ। ਜਿਹੜੀ ਮਾਈਕਰੋ ਇਕਨੋਮਿਕਸ ਹੈ ਉਹ ਪਰਟੀਕੂਲਰ ਇੰਡੀਵਿਜੂਅਲ ਕੰਜ਼ਿਊਮਰ ਦੀ ਗੱਲ ਆਖਦੀ ਹੈ। ਸਮਝ ਪਾ ਰਹੇ ਹੋ ਨਾ? ਪਰਟੀਕੂਲਰ ਇੰਡੀਵਿਜੂਅਲ ਕੰਜ਼ਿਊਮਰ ਦੀ ਗੱਲ ਆਖਦੀ ਹੈ। ਬਹੁਤ ਸਾਰੇ ਵੇਰੀਏਬਲਸ ਹੁੰਦੇ, ਅਲੱਗ-ਅਲੱਗ ਤਰੀਕੇ ਨਾਲ ਉਹਨੂੰ ਸਟੱਡੀ ਕਰਦੀ ਹੈ। ਦੈਨ ਜਿਵੇਂ ਸਪੋਜ਼ ਕਰ ਲਓ ਕਿ ਡਿਮਾਂਡ ਕਿੰਨੀ ਹੋਏਗੀ ਪਰਟੀਕੂਲਰ ਪ੍ਰੋਡਕਟ ਦੀ ਸਪਲਾਈ ਕਿੰਨੀ ਹੋਏਗੀ, ਪਰਟੀਕੂਲਰ ਪ੍ਰੋਡਕਟ ਦੀ ਪ੍ਰਾਈਸਿੰਗ ਕਿੰਨੀ ਹੋਏਗੀ, ਪਰਟੀਕੂਲਰ ਪ੍ਰੋਡਕਟ ਦਾ ਜਿਹੜਾ ਪ੍ਰੋਡਕਸ਼ਨ ਕਿਸ ਤਰ੍ਹਾਂ ਹੋ ਸਕਦੀ ਹੈ, ਕੰਜ਼ੰਪਸ਼ਨ ਕਿਸ ਤਰ੍ਹਾਂ ਹੋ ਸਕਦੀ ਹੈ। ਜਿਵੇਂ ਕੋਲਗੇਟ ਹੋ ਗਿਆ, ਪਰਟੀਕੂਲਰ ਪ੍ਰੋਡਕਟ ਦੀ ਗੱਲ ਆਖੇਗਾ, ਸਿਰਫ ਇਕੱਲੇ ਪਰਟੀਕੂਲਰ ਪ੍ਰੋਡਕਟ ਦੀ ਗੱਲ ਆਖੇਗਾ। ਮਾਈਕਰੋ ਇਕਨੋਮਿਕਸ ਹੈਲਪ ਕਰਦਾ ਹੈ ਕਿ ਇੱਕ ਪ੍ਰਾਈਸ ਨੂੰ ਡਿਟਰਮਾਈਨ ਕਰਨ ਵਿੱਚ ਉਸ ਪਰਟੀਕੂਲਰ ਪ੍ਰੋਡਕਟ ਦੀ। ਦੈਨ ਪਰਟੀਕੂਲਰ ਪ੍ਰੋਡਕਟ ਦੀ ਪ੍ਰਾਈਸ ਲਈ ਕਿ ਪ੍ਰੋਡਕਸ਼ਨ ਕਿਸ ਤਰ੍ਹਾਂ ਕਰਨੀ ਹੈ, ਉਹਦੇ ਲਈ ਲੈਂਡ ਦੀ ਲੋੜ ਹੋਏਗੀ, ਲੇਬਰ ਦੀ ਲੋੜ ਹੋਏਗੀ। ਇਹਨਾਂ ਪਰਟੀਕੂਲਰ ਪ੍ਰੋਡਕਟਸ ਲਈ, ਪਰਟੀਕੂਲਰ ਵੇਰੀਏਬਲਸ ਲਈ, ਪਰਟੀਕੂਲਰ ਸੈਕਟਰ ਲਈ ਕਿਸ ਤਰ੍ਹਾਂ ਇਸ ਨੂੰ ਲੈ ਕੇ ਅੱਗੇ ਜਾਇਆ ਜਾ ਸਕਦਾ ਹੈ, ਕਿਸ ਤਰ੍ਹਾਂ ਇਸ ਨੂੰ ਡਿਵੈਲਪਮੈਂਟ ਕੀਤੀ ਜਾ ਸਕਦੀ ਇਹਨਾਂ ਪ੍ਰੋਡਕਟਸ ਦੀ, ਇਹਨਾਂ ਸਰਵਿਸਿਜ਼ ਦੀ, ਪਰਟੀਕੂਲਰ ਸਰਵਿਸਿਜ਼ ਦੀ, ਉਹ ਮਾਈਕਰੋ ਇਕਨੋਮਿਕਸ ਦੇਖ ਲੈਂਦਾ। ਮਗਰ ਇਹਦੀ ਜਿਹੜੀ ਅਜ਼ੰਪਸ਼ਨਸ ਹੁੰਦੀਆਂ ਅਨਰਿਲਿਸਟਿਕ ਹੁੰਦੀਆਂ, ਜਦ ਤੱਕ ਇਹ ਐਜ਼ਿਊਮ ਕਰਕੇ ਚੱਲਦੇ ਨੇ ਕਿ ਇਸ ਤਰ੍ਹਾਂ ਚੀਜ਼ਾਂ ਹੋਣਗੀਆਂ। ਅਤੇ ਸਭ ਤੋਂ ਵੱਡੀ ਜਿਹੜੀ ਐਜ਼ੰਪਸ਼ਨ ਹੁੰਦੀ ਇਹਨਾਂ ਦੀ ਇਹੀ ਹੁੰਦੀ ਹੈ ਕਿ ਅਸੀਂ ਜੇ ਪ੍ਰੋਡਕਟ ਮਾਰਕੀਟ 'ਚ ਲਿਆਵਾਂਗੇ ਹਰੇਕ ਕੋਈ ਖਰੀਦੇਗਾ। ਉਹਨਾਂ ਨੂੰ ਇਹੀ ਲੱਗਦਾ ਹੈ ਕਿ ਉਰੇ ਇੰਪਲੋਇਮੈਂਟ ਜਿਹੜੀ ਹੈ ਫੁੱਲ ਇੰਪਲੋਇਮੈਂਟ ਹੈ, ਕੋਈ ਅਨਇੰਪਲੋਇਡ ਹੈ ਹੀ ਨਹੀਂ ਹੈ, ਜੋ ਐਕਚੁਅਲ 'ਚ ਪੋਸੀਬਲ ਹੀ ਨਹੀਂ ਹੈ ਰਿਐਲਿਟੀ ਬੇਸ 'ਤੇ। ਤੁਹਾਨੂੰ ਵੀ ਪਤਾ ਹੈ ਮੈਕਰੋ ਇਕਨੋਮਿਕਸ ਕੀ ਹੈ ਕਿ ਪੂਰੇ ਹੋਲ ਆਫ ਦੀ ਇੰਡੀਆ ਦੀ ਆਖਦਾ, ਹੋਲ ਆਫ ਦੀ ਵਰਲਡ, ਨੇਸ਼ਨ, ਇੰਟਰਨੈਸ਼ਨਲ ਵਰਲਡ ਦੀ ਗੱਲ ਆਖਦਾ। ਸਮਝ ਗਏ? ਓਕੇ, ਇਸ ਵਿੱਚ ਉਹ ਪ੍ਰੋਪਰਲੀ ਇਨਵਾਇਰਮੈਂਟ ਵੀ ਦੇਖੇਗਾ ਅਤੇ ਐਕਸਟਰਨਲ ਇਸ਼ੂਸ ਵੀ ਦੇਖੇਗਾ। ਇਸ ਵਿੱਚ ਨੈਸ਼ਨਲ ਇਨਕਮ ਦੀ ਗੱਲ ਆ ਜਾਂਦੀ ਹੈ, ਪਰ ਕੈਪੀਟਲ ਇਨਕਮ ਦੀ ਗੱਲ ਆ ਜਾਂਦੀ ਹੈ, ਜਨਰਲ ਪ੍ਰਾਈਸ ਲੈਵਲ ਦੀ ਗੱਲ ਆ ਜਾਂਦੀ ਹੈ, ਇੰਪਲੋਇਮੈਂਟ ਦੀ ਗੱਲ ਆ ਜਾਂਦੀ ਹੈ, ਇਨਫਲੇਸ਼ਨ ਦੀ ਗੱਲ ਆ ਜਾਂਦੀ ਹੈ, ਮਨੀ ਦੀ ਗੱਲ ਆ ਜਾਂਦੀ ਹੈ। ਡਨ। ਇਹ ਜਨਰਲ ਪ੍ਰਾਈਸ ਲੈਵਲ ਨੂੰ ਸਟੇਬਲ ਕਰਨ ਦੀ ਗੱਲ ਆਖਦਾ ਮਾਈਕਰੋ ਇਕਨੋਮਿਕਸ, ਕਿ ਇਹ ਦੇਖਦਾ ਹੈ ਕਿ ਕਿਵੇਂ ਜਨਰਲ ਪ੍ਰਾਈਸ ਲੈਵਲ ਨੂੰ ਸਟੇਬਲ ਕੀਤਾ ਜਾ ਸਕੇ ਤਾਂ ਕਿ ਲੋਕਾਂ ਦੀ ਡਿਮਾਂਡ ਬਣੀ ਰਹੇ ਮਾਰਕੀਟ ਵਿੱਚ। ਦੈਨ ਜਿਸ ਵਿੱਚ ਫੋਰ ਐਗਜ਼ਾਮਪਲ ਇਨਫਲੇਸ਼ਨ ਨੂੰ ਦੇਖਦਾ ਹੈ, ਜਿਵੇਂ ਆਪਣਾ RBI ਆ 2 ਤੋਂ 6% ਵਿੱਚ ਲੈ ਕੇ ਚੱਲ ਰਿਹਾ, ਨਹੀਂ ਚੱਲ ਰਿਹਾ ਕਿ 4% ਸਾਡੀ ਇਨਫਲੇਸ਼ਨ ਹੋਣੀ ਚਾਹੀਦੀ ਹੈ, ਉੱਪਰ ਥੱਲੇ ਸਿਰਫ 2 ਤੋਂ 6% ਹੋ ਜਾਵੇ, ਯਾਨੀ ਕਿ 2% ਵੱਧ ਹੋ ਜਾਵੇ, 6 ਘੱਟੋ ਘੱਟ 2% ਤਾਂ ਹੋਵੇ, ਵੱਧ ਤੋਂ ਵੱਧ 6% ਹੋ ਜਾਵੇ। ਫਲੈਕਸੀਬਿਲਿਟੀ ਲੈ ਕੇ ਚੱਲ ਰਿਹਾ, ਇਸ ਤੋਂ ਜ਼ਿਆਦਾ ਨਾ ਹੋਵੇ। ਇਸ ਤੋਂ ਜ਼ਿਆਦਾ ਹੋਏਗੀ ਤਾਂ ਅਸੀਂ ਲੋਕਾਂ ਦੀ ਡਿਮਾਂਡ ਨਹੀਂ ਬਣਾ ਪਾਵਾਂਗੇ, ਲੋਕੀ ਬਾਹਰ ਆ ਕੇ ਪੈਸਾ ਨਹੀਂ ਖਰਚ ਪਾਉਣਗੇ, ਜ਼ਿਆਦਾ ਮਹਿੰਗਾਈ ਹੋਗੀ ਤਾਂ। ਇਹ ਮੈਕਰੋ ਇਕਨੋਮਿਕਸ ਸੋਚੇਗਾ, ਮਾਈਕਰੋ ਇਕਨੋਮਿਕਸ ਨਹੀਂ ਸੋਚੇਗਾ। ਉਹਦਾ ਦਾਇਰਾ ਤਾਂ ਬਹੁਤ ਛੋਟਾ ਹੈ, ਪ੍ਰੋਡਕਟ ਜਿੰਨਾ ਹੈ ਉਹਦਾ। ਸਮਝ ਗਏ? ਹੁਣ ਕਹਿੰਦੇ ਇਸ ਮੈਕਰੋ ਇਕਨੋਮਿਕਸ ਵਿੱਚ ਸੈਂਟਰਲ ਪ੍ਰੋਬਲਮਸ ਕੀ ਨਿਕਲ ਕੇ ਸਾਹਮਣੇ ਆਉਂਦੀ ਹੈ? ਇਹ ਨਿਕਲ ਕੇ ਸਾਹਮਣੇ ਆਉਂਦੀ ਜਿਵੇਂ ਤੁਹਾਨੂੰ ਮੈਂ ਕਹਿੰਦਾ ਰਿਸੋਰਸਿਸ ਹੈ, ਚੋਇਸ ਕਰਨੀ ਕਿ ਕਿਸ ਤਰ੍ਹਾਂ ਆਪਣੀ ਪ੍ਰੋਬਲਮ ਨੂੰ ਚੋਇਸ ਕਰਨੀ, ਕਿ ਦੇਖਣਾ ਕਿ ਅਸੀਂ ਬੇਸਿਕ ਚੀਜ਼ਾਂ ਨੂੰ ਲੈ ਕੇ ਚੱਲੀਏ ਜਾਂ ਐਡਵਾਂਸ ਚੀਜ਼ਾਂ ਨੂੰ ਲੈ ਕੇ ਚੱਲੀਏ। ਜੇ ਆਪਾਂ ਭਾਰਤ ਆਜ਼ਾਦ ਹੋਇਆ ਸੀ ਉਸ ਵਕਤ ਤਾਂ ਸਿਰਫ ਇਹੀ ਲੈ ਕੇ ਚੱਲ ਰਹੇ ਸੀ ਕਿ ਭੁੱਖਮਰੀ ਖਤਮ ਕਰੋ, ਪਾਵਰਟੀ ਖਤਮ ਕਰੋ, ਲੋਕਾਂ ਨੂੰ ਛੱਤ ਦਿਓ, ਕਾਰੋਬਾਰ ਦਿਓ, ਰੋਟੀ ਕੱਪੜਾ ਮਕਾਨ ਮਿਲ ਜੇ। ਇਹ ਜਿਹੜੀ ਚੋਇਸ ਹੈ ਨਾ, ਇਹ ਟਾਈਮ ਚੇਂਜ ਹੁੰਦੀ ਰਹਿੰਦੀ ਹੈ। ਮੇਨ ਪ੍ਰੋਬਲਮ ਤਾਂ ਇਹ ਨਿਕਲ ਕੇ ਆਉਂਦੀ ਹੈ ਕਿ ਆਪਾਂ ਮੈਕਰੋ ਇਕਨੋਮਿਕਸ ਨੂੰ ਅਡੈਪਟ ਤਾਂ ਕਰ ਰਹੇ ਹਾਂ, ਆਪਾਂ ਉਸ ਨੂੰ ਲੈ ਕੇ ਤਾਂ ਚੱਲਣਾ, ਮਗਰ ਸਾਡੀ ਸਭ ਤੋਂ ਪਹਿਲੇ ਤਾਂ ਪ੍ਰੋਬਲਮ ਪਤਾ ਲੱਗਣੀ ਚਾਹੀਦੀ ਹੈ ਕਿ ਸੈਂਟਰਲ ਪ੍ਰੋਬਲਮ ਕੀ ਹੈ ਆਪਣੀ, ਉਹਦੀ ਚੋਇਸ ਕਰਨੀ ਕਿ ਕਿਹੜੀ ਪ੍ਰੋਬਲਮ ਸਭ ਤੋਂ ਮੇਜਰ ਹੈ। ਤਾਂ ਹੀ ਉਸੇ ਪ੍ਰੋਬਲਮ ਨੂੰ ਹੱਲ ਕਰਨ ਲਈ ਆਪਣੇ ਰਿਸੋਰਸਿਸ ਦਾ ਸਹੀ ਤਰੀਕੇ ਨਾਲ ਯੂਜ਼ ਕਰ ਪਾਵਾਂਗੇ। ਆਪਾਂ ਸਹੀ ਰਿਸੋਰਸਿਸ ਸਹੀ ਪ੍ਰੋਬਲਮ ਲਈ ਯੂਜ਼ ਹੋ ਜਾਣ ਅਤੇ ਉਹਨੂੰ ਹੱਲ ਕਰ ਦੇਣ, ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ? ਡਨ। ਇਹ ਸੋਚਣਾ ਕਿ ਸੁਸਾਇਟੀ ਨੂੰ ਕਿੰਨੇ ਰਿਸੋਰਸਿਸ ਦੀ ਲੋੜ ਹੈ, ਕਿਹੜੀ ਐਸਾ ਸੈਕਟਰ ਹੈ ਜੋ ਬਿਲਕੁਲ ਹੀ ਬਹੁਤ ਥੱਲੇ ਲੱਗਿਆ ਹੋਇਆ, ਉਸ ਦਾ ਕਿਵੇਂ ਸੋਚਣਾ ਹੈ, ਇਹ ਮੇਨ ਪ੍ਰੋਬਲਮਸ ਹੁੰਦੀਆਂ ਇਕਨੋਮਿਕਸ ਦੀਆਂ। ਡਨ। ਸੋ ਤਿੰਨ ਕੁਐਸਚਨ ਨਿਕਲ ਕੇ ਸਾਹਮਣੇ ਆਉਂਦੇ ਆ, ਕੀ ਪ੍ਰੋਡਿਊਸ ਕਰੀਏ, ਕਿਸ ਤਰ੍ਹਾਂ ਪ੍ਰੋਡਿਊਸ ਕਰੀਏ ਅਤੇ ਕਿਹਦੇ ਲਈ ਪ੍ਰੋਡਿਊਸ ਕਰੀਏ, ਹੈ ਨਾ? ਇਹ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਨਹੀਂ ਆਉਂਦੀ, ਇਹ ਪ੍ਰੋਬਲਮਸ ਨਿਕਲ ਕੇ ਆਉਂਦੀਆਂ ਸਾਹਮਣੇ। ਹੁਣ ਵਟ ਟੂ ਪ੍ਰੋਡਿਊਸ, ਕਿ ਜ਼ਿਆਦਾ ਆਪਾਂ ਫੂਡ ਵੱਲ ਧਿਆਨ ਦੇਈਏ ਜਾਂ ਕਲੋਥਸ ਵੱਲ ਧਿਆਨ ਦੇਈਏ ਜਾਂ ਦੋਨਾਂ ਵੱਲ ਧਿਆਨ ਦੇਈਏ, ਇਹ ਸਿਚੁਏਸ਼ਨ ਮੈਟਰ ਕਰਦੀ ਹੈ। ਜਦੋਂ ਭਾਰਤ ਆਜ਼ਾਦ ਹੋਇਆ ਸੀ ਉਸ ਵਕਤ ਸਿਰਫ ਇਹੀ ਧਿਆਨ ਸੀ ਕਿ ਲੋਕਾਂ ਨੂੰ ਕੱਪੜਾ ਮਕਾਨ ਮਿਲ ਜਾਏ, ਸਹੀ ਤਰੀਕੇ ਨਾਲ ਡਿਸਟਰੀਬਿਊਟ ਹੋ ਜਾਵੇ,
ਉਸ ਵੇਲੇ ਮਤਲਬ ਫੈਸ਼ਨ ਬ੍ਰਾਂਡ ਇੰਨਾ ਇੰਪੋਰਟੈਂਸ ਨਹੀਂ ਸੀ, ਅੱਜ ਇੰਪੋਰਟੈਂਟ ਹੈ। ਅੱਜ ਸਰਕਾਰ ਚਾਹੁੰਦੀ ਹੈ, ਬ੍ਰਾਂਡਾਂ ਨੂੰ ਕਹਿੰਦੀ ਹੈ ਕਿ ਆ ਕੇ ਇਨਵੈਸਟ ਕਰੋ, ਸੈਮਸੰਗ ਨੂੰ ਕਹਿੰਦੀ ਹੈ, ਅਲੱਗ-ਅਲੱਗ ਤਰੀਕੇ ਨਾਲ ਕੰਪਨੀਆਂ ਨੂੰ ਕਹਿੰਦੀ ਹੈ ਆ ਕੇ ਇਨਵੈਸਟ ਕਰੋ। ਉਸ ਟਾਈਮ ਇਸ ਤਰ੍ਹਾਂ ਦੀ ਸੋਚ ਨਹੀਂ ਸੀ, ਉਸ ਟਾਈਮ ਤਾਂ ਬੇਸਿਕ ਚੀਜ਼ਾਂ ਦੇਣਾ ਚਾਹੁੰਦੇ ਸੀ ਆਪਾਂ। ਉਸ ਵੇਲੇ ਤਾਂ ਸਾਡੇ ਕੋਲ ਸਹੀ ਤਰੀਕੇ ਨਾਲ ਕਣਕ ਦੀ ਵੀ ਉਪਜਾਊ ਨਹੀਂ ਸੀ ਜਦ ਭਾਰਤ ਆਜ਼ਾਦ ਹੋਇਆ। ਉਹਦਾ ਬਾਅਦ ਵਿੱਚ ਗ੍ਰੀਨ ਰੈਵੋਲੂਸ਼ਨ ਆਇਆ, ਉਸ ਤੋਂ ਬਾਅਦ ਕਹਾਣੀ ਬਦਲੀ ਹੈ। ਸਮਝ ਗਏ? ਸੁਸਾਇਟੀ ਵਿੱਚ ਕਿਹੜੀਆਂ ਚੀਜ਼ਾਂ ਦੀ ਬਹੁਤ ਜ਼ਿਆਦਾ ਲੋੜ ਹੈ? ਦੈਨ ਕਲੋਥ ਦੀ ਜ਼ਿਆਦਾ ਲੋੜ ਹੈ, ਸ਼ੂਜ਼ ਦੀ ਜ਼ਿਆਦਾ ਲੋੜ ਹੈ, ਸ਼ੂਗਰ ਦੀ ਜ਼ਿਆਦਾ ਲੋੜ ਹੈ, ਵੀਟ ਦੀ ਜ਼ਿਆਦਾ ਲੋੜ ਹੈ। ਕਿੰਨਾ 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 ਪ੍ਰੋਡਕਸ਼ਨ ਗੁੱਡਸ ਵੱਲ ਧਿਆਨ ਦੇਈਏ, ਕਿਹੜੀਆਂ ਐਸੀਆਂ ਮਸ਼ੀਨਾਂ ਵੱਲ ਧਿਆਨ ਦੇਈਏ ਜੋ ਇੱਕ ਬੇਸਿਕ ਰਿਕੁਆਇਰਮੈਂਟ ਨੂੰ ਪੂਰਾ ਕਰਨਗੀਆਂ, ਜੋ ਨੈਸੈਸਰੀ ਚੀਜ਼ਾਂ ਨੂੰ ਪੂਰਾ ਕਰਨਗੀਆਂ। ਅਤੇ ਟਾਈਮ ਦੇ ਮੁਤਾਬਿਕ ਜੇ ਟਾਈਮ ਚੇਂਜ ਹੁੰਦਾ ਹੈ, ਆਪਣੀ ਇਕੋਨੋਮਿਕਸ ਜਿਹੜੀ ਐਡਵਾਂਸ ਹੁੰਦੀ ਹੈ, ਲੋਕ ਹੁਣ ਬੇਸਿਕ ਚੀਜ਼ਾਂ ਤੋਂ ਉੱਪਰ ਜਾਣਾ ਚਾਹੁੰਦੇ ਆ, ਫਿਰ ਲਗਜ਼ਰੀ ਗੁੱਡਸ ਨੂੰ ਵੱਲ ਧਿਆਨ ਕਿਵੇਂ ਦੇਈਏ? ਦੈਨ ਅੱਜ ਦਾ ਸਮਾਂ ਲਗਜ਼ਰੀ ਗੁੱਡਸ ਹੈ, ਮਗਰ ਸਰਕਾਰ ਇਹ ਨਹੀਂ ਹੈ ਕਿ ਸਾਰਾ ਪੈਸਾ ਲਗਜ਼ਰੀ ਵੱਲ ਲਗਾ ਦੇਗੀ ਜਾਂ ਉਹਨਾਂ ਦੀ ਇਨਵੈਸਟਮੈਂਟ ਲਗਾ ਦੇਗੀ। ਹਲੇ ਵੀ ਵੈਲਫੇਅਰ ਸਕੀਮ ਚੱਲਦੀਆਂ, ਕਿਉਂਕਿ ਬੈਲੈਂਸ ਦੇਖਣਾ, ਪਿਛਲਾ ਤਬਕਾ ਪਿੱਛੇ ਨਾ ਰਹਿ ਜਾਵੇ। ਆਪਣੇ ਭਾਰਤ ਵਿੱਚ ਕੁਛ ਹੀ ਐਸੀ ਸਿਟੀਜ਼ ਹੈ ਜਿੱਥੇ ਮਤਲਬ ਸਾਨੂੰ ਫਾਈਨੈਂਸ਼ੀਅਲ ਸਟੈਬਿਲਿਟੀ ਦੇਖਣ ਨੂੰ ਮਿਲਦੀ ਹੈ। ਨੋਇਡਾ ਹੋ ਗਿਆ, ਮੁੰਬਈ ਹੋ ਗਿਆ, ਬੰਗਲੌਰ ਹੋ ਗਿਆ, ਹੈ ਨਾ। ਉੱਤਰ ਪ੍ਰਦੇਸ਼ ਵਿੱਚੋਂ ਹੀ ਕੁਛ ਸਿਟੀਜ਼ ਹੈਗੀਆਂ, ਕੁਛ ਤਬਕਿਆਂ ਵਿੱਚੋਂ ਪਿੱਛੇ ਜਾ ਚੁੱਕੀਆਂ। ਦੈਨ ਸੋ ਇਹ ਚੀਜ਼ਾਂ ਦੇਖਣੀਆਂ ਆਪਾਂ ਨੇ। ਹੁਣ ਕਹਿੰਦੇ ਹਾਊ ਟੂ ਪ੍ਰੋਡਿਊਸ, ਕਿਸ ਤਰ੍ਹਾਂ ਪ੍ਰੋਡਿਊਸ ਕਰੀਏ। ਹੁਣ ਧਿਆਨ 'ਚ ਆਉਂਦਾ ਕਿ ਹਾਊ ਟੂ ਪ੍ਰੋਡਿਊਸ ਮਤਲਬ ਹੋਗਾ ਕਿ ਲੇਬਰ ਇੰਟੈਂਸਿਵ ਦੇਖੀਏ ਜਾਂ ਟੈਕਨੋਲੋਜੀ ਬੇਸ 'ਤੇ ਦੇਖੀਏ। ਜੇ ਲੇਬਰ ਜ਼ਿਆਦਾ ਲਗਾਉਂਦੇ ਆ ਤਾਂ ਉਸੇ ਤਰੀਕੇ ਨਾਲ ਪ੍ਰੋਡਕਟ ਦੀ ਮਾਰਕੀਟ ਵਿੱਚ ਪ੍ਰਾਈਸ ਜ਼ਿਆਦਾ ਹੋ ਜਾਂਦਾ ਹੈ। ਕਿਸ ਤਰ੍ਹਾਂ ਸਿਚੁਏਸ਼ਨ ਦੇਖੀਏ, ਇਹ ਪ੍ਰੋਬਲਮਸ ਹੁੰਦੀਆਂ ਕਿ ਲੇਬਰ ਦੀ ਜ਼ਿਆਦਾ ਲੋੜ ਹੈ ਜਾਂ ਕੈਪੀਟਲ ਦੀ ਜ਼ਿਆਦਾ ਲੋੜ ਹੈ ਜਾਂ ਟੈਕਨੋਲੋਜੀ ਦੀ ਜ਼ਿਆਦਾ ਲੋੜ ਹੈ। ਇਹ ਸਮੇਂ ਦੇ ਮੁਤਾਬਿਕ ਇਹ ਜਿਹੜੇ ਰਿਕੁਆਇਰਮੈਂਟਸ ਹੈ ਨਾ, ਕਿ ਅੱਜ ਦਾ ਸਮਾਂ ਕੀ ਕਹਿੰਦਾ, ਅੱਜ ਦਾ ਕਹਿੰਦਾ ਕਿ ਟੈਕਨੋਲੋਜੀ ਜ਼ਿਆਦਾ ਬੇਸ ਹੈ, ਐਸੀ ਟੈਕਨੋਲੋਜੀ ਮਸ਼ੀਨਾਂ ਲਿਆਓ ਕਿ ਲੇਬਰ ਦੀ ਲੋੜ ਹੀ ਨਾ ਪਵੇ, ਬਹੁਤ ਘੱਟ ਲੋੜ ਪਵੇ। ਮਗਰ ਫਿਰ ਇਹ ਵੀ ਦੇਖਣਾ ਹੈ ਕਿ ਇੰਪਲੋਇਮੈਂਟ ਵੀ ਨਾ ਜਾਵੇ, ਫਿਰ ਉਹਨਾਂ ਨੂੰ ਉੱਥੇ ਸ਼ਿਫਟ ਕਰਨਾ, ਨਵੀਂ ਟੈਕਨੋਲੋਜੀ ਵਿੱਚ ਉਹਨਾਂ ਨੂੰ ਸਕਿੱਲ ਦੇਣੀ ਹੈ। ਤਾਂ ਗੌਰਮੈਂਟ ਕੀ ਕਰਦੀ ਆ ਰਹੀ ਹੈ, ਨਵੀਆਂ ਜਿਹੜੀਆਂ ਸਰਕਾਰਾਂ ਜਿਹੜੀਆਂ ਆਪਣੀਆਂ ਸਕੀਮਾਂ ਲੈ ਕੇ ਆਉਂਦੀਆਂ, ਸਕਿੱਲ ਬੇਸ 'ਤੇ ਲੈ ਕੇ ਆਉਂਦੀਆਂ, ਲੋਕਾਂ ਨੂੰ ਟ੍ਰੇਨ ਕਰਦੀਆਂ। ਇਹਦੇ ਲਈ ਟ੍ਰੇਨ ਕਰਦੀਆਂ ਕਿ ਸ਼ਿਫਟ ਕੀਤਾ ਜਾ ਸਕੇ। ਓਕੇ, ਹੁਣ ਕਾਹਦੇ ਲਈ ਪ੍ਰੋਡਿਊਸ ਕਰਨਾ ਹੈ, ਕਿ ਗਰੀਬਾਂ ਲੋਕਾਂ ਲਈ ਪ੍ਰੋਡਿਊਸ ਕਰਨਾ ਜਾਂ ਅਮੀਰ ਲੋਕਾਂ ਲਈ ਪ੍ਰੋਡਿਊਸ ਕਰਨਾ? ਹੁਣ ਇਹ ਦੇਖਣਾ ਪਏਗਾ ਕਿ ਕਿਹਨਾਂ ਦੀ ਪਰਚੇਸਿੰਗ ਪਾਵਰ ਕਿਸ ਤਰ੍ਹਾਂ ਦੀ ਹੈ। ਗਰੀਬ ਲੋਕ ਤਾਂ ਇੰਨਾ ਤਾਂ ਮਹਿੰਗਾ ਲੈ ਨਹੀਂ ਪਾਉਣਗੇ, ਉਹਨਾਂ ਨੂੰ ਕਿਸ ਤਰ੍ਹਾਂ ਲੈ ਕੇ ਚੱਲਣਾ, ਅਤੇ ਅਮੀਰ ਲੋਕਾਂ ਨੂੰ ਕਿਸ ਤਰ੍ਹਾਂ ਲੈ ਕੇ ਚੱਲਣਾ। ਇੱਕ ਇਹ ਵੀ ਪ੍ਰੋਬਲਮ ਹੁੰਦੀ ਹੈ, ਇੱਕ ਇਹ ਵੀ ਕੁਐਸਚਨ ਦਿਮਾਗ 'ਚ ਆਉਂਦਾ ਹੈ ਨਾ। ਇਹ ਤਿੰਨ ਕੁਐਸਚਨ ਆਉਣੇ ਬਹੁਤ ਜ਼ਰੂਰੀ ਹੈ, ਜਿਸ ਦੇ ਆਧਾਰ 'ਤੇ ਫਿਰ ਫੈਸਲੇ ਲਿੱਤੇ ਜਾਂਦੇ ਨੇ। ਟਾਈਮ ਟੂ ਟਾਈਮ ਇਕਨੋਮਿਕਸ ਐਸੀ ਚੀਜ਼ ਹੈ ਜੋ ਕੋਈ ਸਾਇੰਸ ਨਹੀਂ ਹੈ ਯਾਰ, ਇਹ ਟਾਈਮ ਟੂ ਟਾਈਮ ਚੇਂਜ ਹੁੰਦਾ ਰਹਿੰਦਾ। ਹੁਣ ਅੱਗੇ ਦੇਖੋ, ਆਪਣੀ ਇਕਨੋਮਿਕਸ ਕਾਫੀ ਤਰੀਕੇ ਨਾਲ ਹੋ ਸਕਦੀ ਹੈ। ਮੈਕਰੋ ਇਕਨੋਮਿਕਸ ਵਿੱਚ ਵੀ ਕਾਫੀ ਤਰੀਕੇ ਨਾਲ ਤੁਹਾਨੂੰ ਟਾਈਪਸ ਆਫ ਇਕਨੋਮਿਕਸ ਦੇਖਣ ਨੂੰ ਮਿਲਦੀ ਹੈ। ਡਨ, ਜਿਵੇਂ ਸਭ ਤੋਂ ਪਹਿਲਾਂ ਕੈਪੀਟਲਿਜ਼ਮ ਇਕਨੋਮੀ ਹੈ ਨਾ, ਕੈਪੀਟਲ ਇਕਨੋਮੀ, ਜਿਸ ਵਿੱਚ ਧਿਆਨ ਕੀ ਹੈ ਕਿ ਪ੍ਰੋਫਿਟ ਕਮਾਉਣਾ ਜੀ। ਇਹ ਸਰਕਾਰਾਂ ਸਾਈਡ 'ਤੇ ਹੋ ਜਾਓ ਤੁਸੀਂ, ਇਹ ਕੋਈ ਵੈਲਫੇਅਰ ਦਾ ਕੰਮ ਹੋ ਰਿਹਾ ਤੁਸੀਂ ਦਿਮਾਗ 'ਚ ਨਾ ਲਿਆਓ। ਅਸੀਂ ਤਾਂ ਫਰੀ ਮਾਰਕੀਟ ਦੇ ਦਿਓ, ਅਸੀਂ ਆਪ ਬਣਾਵਾਂਗੇ, ਆਪ ਪਰਚੇਸ ਕਰਾਂਗੇ, ਆਪੇ ਵੇਚਾਂਗੇ, ਲੋਕੀ ਖਰੀਦਣਗੇ, ਆਪੇ ਕੰਮ ਹੁੰਦਾ ਰਹੇਗਾ। ਸਮਝ ਗਏ? ਇਹਨੂੰ ਮਾਰਕੀਟ ਇਕਨੋਮੀ ਕਿਹਾ ਜਾਂਦਾ। ਕੈਪੀਟਲਿਜ਼ਮ ਇਕਨੋਮੀ, ਮਾਰਕੀਟ ਇਕਨੋਮੀ। ਕੰਜ਼ਿਊਮਰ ਫਰੀ ਹੈ, ਬੜੀ ਚੋਇਸ ਹੈ ਉਹਦੇ ਸਾਹਮਣੇ, ਠੀਕ ਹੈ। ਇਹ ਲੈਣਾ, ਇਹ ਲੈਣਾ, ਇਹ ਲੈਣਾ, ਇਹ ਲੈਣਾ, ਕੋਈ ਸੈਂਤਲ ਅਥਾਰਟੀ ਨਹੀਂ ਹੈ ਕਿ ਜੋ ਇਕਨੋਮੀ ਨੂੰ ਮਤਲਬ ਚਲਾ ਰਹੀ ਹੋਵੇ। ਲੋਕੀ ਚਲਾ ਰਹੇ ਹੈ, ਬਾਇਰ ਚਲਾ ਰਹੇ ਹੈ, ਕਸਟਮਰ ਚਲਾ ਰਹੇ ਨੇ। ਡਨ, ਇਹਦੇ ਫੀਚਰਸ ਦੇਖ ਲਈ ਆਪਾਂ। ਇਹਨਾਂ ਵਿੱਚ ਕੈਪੀਟਲਿਜ਼ਮ ਇਕਨੋਮੀ 'ਚ ਪ੍ਰਾਈਵੇਟ ਪ੍ਰੋਪਰਟੀ ਹੁੰਦੀ ਹੈ ਹਮੇਸ਼ਾ, ਸਰਕਾਰ ਦੀ ਕੋਈ ਪ੍ਰੋਪਰਟੀ ਦੇਖਣ ਨੂੰ ਨਹੀਂ ਮਿਲੇਗੀ। ਡਨ, ਜਿੰਨਾ ਕੁਛ ਬਣ ਰਿਹਾ, ਪ੍ਰੋਡਕਸ਼ਨ ਹੋ ਰਹੀ ਹੈ, ਮਸ਼ੀਨਾਂ ਬਣ ਰਹੀਆਂ, ਸਭ ਪ੍ਰਾਈਵੇਟ ਇਕਨੋਮੀ, ਸਭ ਪ੍ਰਾਈਵੇਟ ਨੇ ਓਨ ਕੀਤੀਆਂ ਹੋਈਆਂ। ਡਨ, ਉਸ ਤੋਂ ਬਾਅਦ ਪ੍ਰਾਈਸ ਮੈਕੈਨਿਜ਼ਮ ਜਿਹੜਾ ਡਿਟਰਮਾਈਨ ਕੀਤਾ ਜਾਂਦਾ ਉਹ ਡਿਮਾਂਡ ਅਤੇ ਸਪਲਾਈ ਉੱਪਰ ਹੁੰਦਾ ਹੈ। ਜਿੰਨੀ ਡਿਮਾਂਡ ਉਸ ਹਿਸਾਬ ਸੇ ਪ੍ਰਾਈਸ ਡਿਟਰਮਾਈਨ ਹੋ ਜਾਂਦਾ। ਹੁਣ ਮੰਨ ਲਓ ਕੋਈ ਪ੍ਰੋਡਕਟ ਹੈ, ਉਹਦੀ ਡਿਮਾਂਡ ਵੱਧ ਰਹੀ ਜਾ ਰਹੀ ਹੈ, ਹੁਣ ਇੰਨੀ ਪ੍ਰੋਡਕਸ਼ਨ ਪਿੱਛੋਂ ਨਹੀਂ ਹੋ ਪਾ ਰਹੀ, ਤਾਂ ਚੀਜ਼ ਮਹਿੰਗੀ ਹੋ ਜਾਏਗੀ। ਜੇ ਕਿਸੇ ਦੀ ਪ੍ਰਾਈਸ ਦੀ ਡਿਮਾਂਡ ਘੱਟ ਜਾਵੇ, ਹੈ ਨਾ, ਅਤੇ ਲੋਕੀ ਚਾਹੁੰਦੇ ਆ ਗਾਹਕ ਆਉਣ, ਤਾਂ ਆਪਾਂ ਉਸ ਪ੍ਰੋਡਕਟ ਦੀ ਪ੍ਰਾਈਸ ਘਟਾ ਦਾਂਗੇ ਤਾਂ ਕਿ ਲੋਕੀ ਆ ਕੇ ਖਰੀਦਣ। ਇਹ ਤਕੜੀ ਦਾ ਭਾਵ ਹੈ, ਕਦੀ ਉੱਪਰ ਕਦੀ ਥੱਲੇ, ਡਿਮਾਂਡ ਸਪਲਾਈ ਉੱਪਰ ਥੱਲੇ। ਇਹਦਾ ਬੈਲੈਂਸ ਬਣਾਉਣਾ ਬਹੁਤ ਜ਼ਰੂਰੀ ਹੈ। ਡਨ, ਪ੍ਰਾਈਵੇਟ ਇਕਨੋਮੀ ਵਿੱਚ ਇਸ ਤਰ੍ਹਾਂ ਦੀ ਇਕਨੋਮੀ 'ਚ ਇਹੀ ਦੇਖਣ ਨੂੰ ਮਿਲਦਾ। ਐਂਟਰਪ੍ਰਾਈਜ਼ ਫਰੀ ਹੈ, ਉਹ ਜੋ ਚਾਹੇ ਕਰ ਸਕਦਾ, ਜੋ ਚਾਹੇ ਕਰ ਸਕਦਾ, ਇੰਡੀਪੈਂਡੈਂਟ ਹੈ। ਹਾਊ ਟੂ ਮੱਚ ਪ੍ਰੋਡਿਊਸ ਕਰਨਾ ਹੈ, ਕਿੰਨਾ ਪ੍ਰੋਡਿਊਸ ਕਰਨਾ ਹੈ, ਕਿੱਥੇ ਬਣਾਉਣਾ ਹੈ, ਕਿੱਥੇ ਲੈਂਡ ਲੈਣੀ, ਕਿੱਥੇ ਲੇਬਰ ਲੈਣੀ ਹੈ, ਸਾਰਾ ਕੁਝ ਉਹ ਫਰੀ ਹੈ। ਡਨ, ਕੰਪੀਟੀਸ਼ਨ ਬਹੁਤ ਹੈ, ਸਮਝ ਗਏ? ਕੰਪੀਟੀਸ਼ਨ ਦੇਖਣ ਨੂੰ ਮਿਲਦਾ, ਪ੍ਰੋਡਿਊਸਰ ਆਪਸ 'ਚ ਕੰਪੀਟ ਕਰਦੇ ਨੇ, ਬਾਇਰ ਵੀ ਆਪਸ 'ਚ ਕੰਪੀਟ ਕਰਦੇ ਨੇ।
है ना, इस ये चीज़ देखने को मिलेगी। डन। प्रॉफिट मोटिव है पूरा, कोई कैपिटलिज्म इकोनॉमी प्रॉफिट मोटिव नहीं होंगे, ਉਹਦਾ ਧਿਆਨ प्रॉफिट वाली होंगे, ਉਹਦਾ ਕੋਈ ਲੈਣਾ ਦੇਣਾ ਹੁੰਦਾ, ਕੋਈ ਉਹਨਾਂ ਨੇ ਗਰੀਬਾਂ ਦਾ ਭਲਾ ਕਰਨਾ। ਡਨ। ਇੱਕ ਅਮੀਰ ਬੰਦੇ 'ਚ ਇੱਕ ਲੇਬਰ ਪਰਸਨ ਵਿੱਚ ਜੇ ਉਸ ਅਮੀਰ ਬੰਦੇ ਦੀ ਫੈਕਟਰੀ 'ਚ ਕੰਮ ਕਰ ਰਿਹਾ ਉਸਦੇ ਤੇ ਉਹਦੀ ਸੈਲਰੀ 'ਚ ਜ਼ਮੀਨ ਅਸਮਾਨ ਦਾ ਫਰਕ ਹੋਏਗਾ, ਦਿਖਣ ਲੱਗ ਗਿਆ ਇਨਕੁਐਲਿਟੀ। ਡਨ। ਕੰਜ਼ਿਊਮਰ ਆਜ਼ਾਦ ਹੈ, ਕੰਜ਼ਿਊਮਰ ਚਾਹੇ ਜੋ ਮਰਜ਼ੀ ਲਵੇ, ਉਹਦੀ ਡਿਮਾਂਡਸ ਫੁਲਫਿਲ ਹੋ ਰਹੀਆਂ। ਜਿਸ ਤਰ੍ਹਾਂ ਦੀ ਚਾਹਤ ਰੱਖੇਗਾ ਕੰਜ਼ਿਊਮਰ ਉਸ ਤਰ੍ਹਾਂ ਦਾ ਪ੍ਰੋਡਕਟ ਤੁਹਾਨੂੰ ਮਿਲ ਜਾਏਗਾ ਅੱਗੇ। ਲੇਬਰ ਨੂੰ ਇੱਕ ਤਰ੍ਹਾਂ ਦਾ ਕਮੋਡਿਟੀ ਸਮਝਿਆ ਜਾਂਦਾ ਹੈ, ਇੱਕ ਤਰੀਕੇ ਦਾ ਮਤਲਬ ਕੀ ਨਾਮ ਹੈ, ਗੁਲਾਮੀ ਸਮਝੀ ਜਾਂਦੀ ਜ਼ਿਆਦਾਤਰ। ਡਨ। ਵੇਚਿਆ ਜਾ ਸਕਦਾ, ਖਰੀਦਿਆ ਜਾ ਸਕਦਾ ਲੇਬਰ ਨੂੰ। ਉਸ ਤੋਂ ਬਾਅਦ ਸੈਲਫ ਇੰਟਰਸਟ ਲਈ ਕੰਮ ਕੀਤਾ ਜਾਂਦਾ। ਕਦੀ ਨਹੀਂ ਸੋਚਿਆ ਜਾਂਦਾ ਕਿ ਅਸੀਂ ਕਦੀ ਕਿਸੇ ਦਾ ਦੇਖ ਲਈਏ, ਕਿਸੇ ਤਬਕੇ ਦਾ ਦੇਖ ਲਈਏ, ਕਿਸੇ ਮਤਲਬ ਇੱਕ ਫਾਈਨੈਂਸ਼ੀਅਲੀ ਜਿਹੜੇ ਵੀਕ ਉਹਨਾਂ ਦਾ ਦੇਖ ਲਈਏ, ਐਸਾ ਕੋਈ ਨਹੀਂ ਦੇਖਦੀ ਕੈਪੀਟਲਿਜ਼ਮ ਇਕੋਨਮੀ। ਉਸ ਤੋਂ ਬਾਅਦ ਆ ਜਾਂਦੀ ਸੋਸ਼ਲਿਜ਼ਮ ਇਕੋਨਮੀ, ਇਹ ਬਿਲਕੁਲ ਹੀ ਕੈਪੀਟਲਿਜ਼ਮ ਤੋਂ ਉਲਟ ਹੈ। ਇਸ ਵਿੱਚ ਸਾਰਾ ਕੁਝ ਜਿਹੜਾ ਓਨ ਕੀਤਾ ਹੁੰਦਾ ਗੌਰਮੈਂਟ ਨਹੀਂ ਓਨ ਕੀਤਾ ਹੁੰਦਾ, ਲੋਕਾਂ ਦਾ ਹੀ ਹੁੰਦਾ, ਸੁਸਾਇਟੀ ਦਾ ਹੀ ਹੁੰਦਾ। ਸੁਸਾਇਟੀ ਮਤਲਬ ਆਪਾਂ ਲਈ ਸੁਸਾਇਟੀ ਦਾ ਰਿਪਰੈਜ਼ੈਂਟੇਟਿਵ ਕੌਣ ਹੋਏਗੀ? ਗੌਰਮੈਂਟ ਹੋਏਗੀ। ਸਮਝ ਪਾ ਰਹੇ ਹੋ? ਉਹੀ ਸਾਰੀ ਚੀਜ਼ਾਂ ਦੇਖੇਗੀ, ਸਾਰਾ ਕੁਝ ਸਰਕਾਰ ਦਾ ਹੋਏਗਾ, ਸਰਕਾਰ ਦੇ ਹੱਥ 'ਚ ਹੋਏਗਾ ਕਿ ਕੀ ਹਿਸਾਬ ਰੱਖਣਾ, ਕਿਸ ਤਰ੍ਹਾਂ ਰੱਖਣਾ। ਡਨ। ਕਲੈਕਟਿਵ ਓਨਰਸ਼ਿਪ ਹੋਏਗੀ, ਸਰਕਾਰ ਮਤਲਬ ਲੋਕਾਂ ਦਾ ਸਾਰਿਆਂ ਦਾ ਹੋਏਗਾ। ਹੁਣ ਜਿਵੇਂ ਤੁਸੀਂ ਪਬਲਿਕ ਪ੍ਰੋਪਰਟੀ ਦਿਓ, ਕਿਸੇ ਇੱਕ ਦੀ ਥੋੜ੍ਹਾ ਹੁੰਦੀ, ਸਾਰਿਆਂ ਦੀ ਹੁੰਦੀ ਹੈ। ਕੋਈ ਕੋਈ ਇੱਕ ਥੋੜ੍ਹਾ ਉਸਦਾ ਮਾਲਕ ਹੈਗਾ, ਸਾਰੇ ਉਸਦੇ ਮਾਲਕ ਹੈ, ਸਾਰੇ ਉਹਦਾ ਯੂਜ਼ ਕਰ ਸਕਦੇ ਹੈ, ਹੈ ਨਾ। ਉਹ ਤਾਂ ਅਲੱਗ ਗੱਲ ਹੈ ਕਿ ਗੌਰਮੈਂਟ, ਆਪਾਂ ਆਪਣੇ ਦਿਮਾਗ 'ਚ ਗੌਰਮੈਂਟ ਆਉਂਦਾ ਕਿਉਂਕਿ ਆਪਾਂ ਨਹੀਂ ਚੁਣ ਕੇ ਭੇਜਿਆ ਉਹਨਾਂ ਨੂੰ, ਉਹ ਸਾਡੇ ਲਈ ਕੰਮ ਕਰਦੇ ਨੇ। ਵੈਸੇ ਦੇਖਿਆ ਜਾਵੇ ਹੈ ਤਾਂ ਲੋਕੀ ਵੀ ਦੀ ਪੀਪਲ ਆਫ ਇੰਡੀਆ ਨਾ। ਪ੍ਰੈਂਬਲ ਪੜ੍ਹਿਆ ਨਹੀਂ ਪੜ੍ਹਿਆ ਆਪਾਂ ਨੇ, ਹੈ ਨਾ। ਕਲੈਕਟਿਵ ਓਨਰਸ਼ਿਪ ਦੇਖਣ ਨੂੰ ਮਿਲੇਗੀ, ਇੱਕ ਸੈਂਟਰ ਪਲੈਨਿੰਗ ਦੇਖਣ ਨੂੰ ਮਿਲੇਗੀ। ਆਪਣੇ ਭਾਰਤ 'ਚ ਵੀ ਚੱਲਦੀ ਸੀ ਪਲੈਨਿੰਗ ਕਮਿਸ਼ਨ, ਚੱਲਦੀ ਸੀ ਕਿ ਸਰਕਾਰ ਹੀ ਤੈਅ ਕਰਦੀ ਸੀ ਕੀ ਬਣਾਉਣਾ ਹੈ, ਕਿਹੜੀਆਂ ਫੈਕਟਰੀਆਂ ਲਗਾਉਣੀਆਂ, ਕਿਹੜੇ ਆਈਟੀਜ਼ ਖੁੱਲ੍ਹਣੇ ਚਾਹੀਦੇ ਨੇ। ਪੂਰਾ 5 ਸਾਲ ਦੀ ਯੋਜਨਾ ਬਣਦੀ ਸੀ। ਇਹ ਸੋਸ਼ਲਿਜ਼ਮ ਇਕੋਨਮੀ 'ਚ ਹੀ ਹੁੰਦਾ। ਡਨ। ਆਪ ਹੀ ਓਬਜੈਕਟਿਵ ਸੈੱਟ ਕਰਦੀ ਸੀ ਕਿ ਕੀ ਓਬਜੈਕਟਿਵ ਲੈ ਕੇ ਚੱਲਣੇ ਨੇ। ਡਨ। ਕਿਸ ਤਰ੍ਹਾਂ ਦੀ ਇੰਪਲੋਇਮੈਂਟ ਹੋਣੀ ਚਾਹੀਦੀ ਹੈ, ਕਿਸ ਤਰ੍ਹਾਂ ਦੇ ਟਾਰਗੇਟ ਹੋਣਗੇ ਆਪਣੇ, ਕਿਸ ਤਰ੍ਹਾਂ ਸਾਡੀ GDP ਹੋਣੀ ਚਾਹੀਦੀ ਹੈ। ਆਪ ਹੀ ਓਬਜੈਕਟਿਵ ਸੈੱਟ ਕਰਦੀ ਸੀ, ਆਪ ਹੀ ਇਕਨੋਮਿਕ ਪਲੈਨਿੰਗ ਕਰਦੀ ਸੀ ਕਿ ਰਿਸੋਰਸਿਸ ਦਾ ਕਿਸ ਤਰ੍ਹਾਂ ਯੂਜ਼ ਕਰਨਾ ਆਪਾਂ ਨੇ। ਡਨ। ਸਾਰਾ ਕੁਝ ਗੌਰਮੈਂਟ ਆਪ ਕਰਦੀ ਸੀ। ਡਨ। ਆਪ ਪਲਾਨ ਫਾਰਮੂਲੇਟ ਕਰਨਾ, ਆਪ ਹੀ ਇੰਪਲੀਮੈਂਟ ਕਰਵਾਉਣਾ, ਆਪ ਹੀ ਉਸ ਦੇ ਉੱਪਰ ਕੰਟਰੋਲ ਰੱਖਣਾ। ਸਮਝ ਗਏ? ਆਪ ਹੀ ਦੇਖਣਾ ਕਿ ਇੱਥੇ ਇਨਵੈਸਟਮੈਂਟ ਕਰਨੀ ਹੈ, ਆਪ ਹੀ ਡਿਟਰਮਾਈਨ ਕਰਨਾ ਪ੍ਰਾਈਸਿਸ ਕੀ ਹੋਣੇ ਚਾਹੀਦੇ ਆ, ਆਪ ਹੀ ਡਿਟਰਮਾਈਨ ਕਰਨਾ ਕਿ ਫੋਰੇਨ ਟ੍ਰੇਡ ਕਿਸ ਤਰ੍ਹਾਂ ਚੱਲੇਗਾ। ਸਾਰਾ ਕੁਝ ਗੌਰਮੈਂਟ ਦੇ ਹੱਥ 'ਚ ਹੁੰਦਾ ਸੀ। ਸਮਝ ਗਏ? ਫਿਰ ਜੇ ਸਾਰਾ ਕੁਝ ਗੌਰਮੈਂਟ ਦੇ ਹੱਥ 'ਚ ਹੈ ਤਾਂ ਕੰਪੀਟੀਸ਼ਨ ਕਿੱਥੋਂ ਦੇਖਣ ਨੂੰ ਮਿਲੇਗਾ ਕਿ ਗੌਰਮੈਂਟ ਕਰ ਤਾਂ ਰਹੀ ਹੈ, ਸਾਡਾ ਕੀ ਲੈਣਾ ਦੇਣਾ, ਹੈ ਨਾ। ਕੋਈ ਕੰਪੀਟੀਸ਼ਨ ਨਹੀਂ ਦੇਖਣ ਨੂੰ ਮਿਲਦਾ। ਡਨ। ਪ੍ਰਾਈਵੇਟ ਸੈਕਟਰ ਬਹੁਤ ਲਿਮਿਟਿਡ ਹੁੰਦਾ ਸੀ, ਸਰਕਾਰ ਆਉਣ ਦਾ ਦਿੰਦੀ ਸੀ ਪ੍ਰਾਈਵੇਟ ਸੈਕਟਰ ਨੂੰ, ਪਰ ਤਾਂ ਵੀ ਉਸਦੇ ਉੱਪਰ ਆਪਣਾ ਕੰਟਰੋਲ ਬਣਾ ਕੇ ਰੱਖਦੀ ਸੀ। ਬਹੁਤ ਘੱਟ ਦੇਖਣ ਨੂੰ ਮਿਲਿਆ। ਸਮਝ ਗਏ? ਜਿਵੇਂ ਲਾਰਜਲੀ ਇੰਡਸਟਰੀਜ਼ ਸੀ ਕਮਾਂਡ ਇਕੋਨਮੀ, ਸੋਸ਼ਲਿਜ਼ਮ ਇਕੋਨਮੀ ਵਿੱਚ, ਜਿਹੜੀ ਟੈਲੀਗ੍ਰਾਫ ਹੋ ਗਿਆ, ਰੇਲਵੇ ਹੋ ਗਿਆ, ਉਹਦੇ ਉੱਪਰ ਤਾਂ ਸਿੱਧਾ ਹੀ ਗੌਰਮੈਂਟ ਨੇ ਕੰਟਰੋਲ ਬਣਾਇਆ ਹੋਇਆ ਸੀ। ਬਹੁਤ ਘੱਟ ਓਪਰਚੁਨਿਟੀਆਂ ਮਿਲਦੀਆਂ ਸੀ ਸਾਨੂੰ। ਜੇ ਆਪਾਂ ਗੱਲ ਕਰੀਏ ਕੀ ਨਾਮ ਹੈ, ਕੋਈ ਗੁਡਸ ਪ੍ਰੋਡਿਊਸ ਕਰੇ ਜਾਂ ਸਰਵਿਸ ਪ੍ਰੋਡਿਊਸ ਕਰੇ, ਕੋਈ ਪ੍ਰੋਫਿਟ ਕਮਾਉਣਾ ਚਾਹੁੰਦਾ ਹੋਵੇ ਤਾਂ ਪ੍ਰਾਈਵੇਟ ਨੂੰ ਬਹੁਤ ਘੱਟ ਓਪਰਚੁਨਿਟੀਜ਼ ਮਿਲਦੀਆਂ ਸੀ। ਆਪਣਾ ਭਾਰਤ ਵੀ ਸ਼ੁਰੂਆਤੀ ਦੌਰ 'ਤੇ ਇਸ ਤਰ੍ਹਾਂ ਦਾ ਹੀ ਸੀ। ਉਹ ਤਾਂ ਬਾਅਦ ਮਿਡ 90 ਇਨ ਦਾ ਐਂਡ 90s ਦੀ ਗੱਲ ਕਰੀਏ, 1980 'ਚ ਗੱਲ ਕਰੀਏ ਤਾਂ ਉਸ ਵਿੱਚ ਜਾ ਕੇ ਥੋੜ੍ਹੀ ਸੁਧਾਰ ਆਇਆ ਆਪਣਾ। ਮੋਸਟਲੀ LPG ਰਿਫੋਰਮਸ ਤੋਂ ਬਾਅਦ ਤਾਂ ਬਿਲਕੁਲ ਹੀ ਸੁਧਾਰ ਆ ਗਿਆ ਕਿ ਪ੍ਰਾਈਵੇਟ ਨੂੰ ਆਉਣਾ ਹੀ ਸਟਾਰਟ ਕਰਤਾ। ਫਿਰ ਤੁਹਾਨੂੰ ਇਹ ਪ੍ਰਾਈਵੇਟ ਬੈਂਕ ਜ਼ਿਆਦਾ ਦੇਖਣ ਨੂੰ ਮਿਲਣਗੇ, ਕੰਪਨੀਆਂ ਦੇਖਣ ਨੂੰ ਮਿਲਣਗੀਆਂ। ਦੈਨ ਮਿਕਸ ਇਕੋਨਮੀ ਦੋਨਾਂ ਦਾ ਮਿਕਸ, ਯਾਨੀ ਕਿ ਸੋਸ਼ਲਿਜ਼ਮ ਵੀ ਹੋਏਗਾ ਅਤੇ ਕੈਪੀਟਲਿਜ਼ਮ ਵੀ ਹੋਏਗਾ। ਦੋਨਾਂ ਨੂੰ ਮਿਕਸ ਲੈ ਕੇ ਚੱਲਾਂਗੇ ਆਪਾਂ। ਸਮਝ ਪਾ ਰਹੇ ਹੋ ਕਿ ਕੈਪੀਟਲਿਜ਼ਮ 'ਚ ਕੀ ਸੀ? ਪ੍ਰੋਫਿਟ ਮੋਟਿਵ। ਸੋਸ਼ਲਿਜ਼ਮ ਕੀ ਸੀ? ਵੈਲਫੇਅਰ ਮੋਟਿਵ, ਹੈ ਨਾ। ਦੋਨਾਂ ਨੂੰ ਮਿਕਸ ਕਰ ਲਿਆ ਕਿ ਕੁਛ ਕੰਪਨੀਆਂ ਜਿਹੜੀਆਂ ਹੋਣਗੀਆਂ, ਕੁਛ ਪ੍ਰਾਈਵੇਟ ਜਿਹੜੇ ਹੋਣਗੇ ਉਹ ਅੱਗੇ ਗਰੋਥ ਵਧਾਉਣ 'ਚ ਹੈਲਪਫੁਲ ਰਹਿਣਗੇ, ਕੁਛ ਜਿਹੜਾ ਗੌਰਮੈਂਟ ਹੋਏਗੀ ਉਹ ਲੋਕਾਂ ਦਾ ਭਲਾ ਕਰਦੀ ਰਹੇਗੀ ਵਿੱਚ। ਠੀਕ ਹੈ। ਕੈਪੀਟਲਿਜ਼ਮ ਨੂੰ ਦੇਤਾ ਕਿ ਤੁਸੀਂ ਆਪਣਾ ਗਰੋਥ ਮਾਰਕੀਟ ਨੂੰ ਚਲਾਓ। ਠੀਕ ਹੈ। ਜੇ ਮਾਰਕੀਟ 'ਚ ਕਿਤੇ ਇਨਸਟੈਬਿਲਿਟੀ ਦੇਖਿਆ ਕਿ ਗਰੀਬ ਤਬਕਾ ਕੋਲ ਰੋਟੀ ਪਾਣੀ ਨਹੀਂ ਪਹੁੰਚ ਪਾ ਰਿਹਾ, ਅਸੀਂ ਫਿਰ ਆ ਜਾਵਾਂਗੇ ਵਿੱਚ, ਅਸੀਂ ਫਿਰ ਵਿੱਚ ਆ ਕੇ ਥੋੜ੍ਹੇ ਫੈਸਲੇ ਲਵਾਂਗੇ। ਜਿਵੇਂ ਹੁੰਦਾ ਨਾ ਕਿ ਦਾਲਾਂ ਦਾ ਰੇਟ ਇੱਕਦਮ ਮਹਿੰਗਾ ਹੋ ਜਾਂਦਾ, ਫਿਰ ਗੌਰਮੈਂਟ ਆ ਕੇ ਉਸਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਜਿਵੇਂ ਸਭ ਇਹ ਦੋਨੋਂ ਚੀਜ਼ਾਂ ਮਿਕਸ ਦੇਖਣ ਨੂੰ ਮਿਲਦੀਆਂ ਆਪਾਂ ਨੂੰ ਮਿਕਸਡ ਇਕੋਨਮੀ ਵਿੱਚ। ਓਕੇ। ਡਨ। ਚਲੋ ਹੁਣ ਉਸ ਤੋਂ ਬਾਅਦ ਦੇਖੋ, ਜੇ ਮੈਂ ਅੱਗੇ ਗੱਲ ਆਖਾਂ ਇਸਦੇ ਫੀਚਰਸ ਦੀ, ਇਸ ਵਿੱਚ ਪ੍ਰਾਈਵੇਟ ਪਬਲਿਕ ਸੈਕਟਰ ਦੋਨੋਂ ਦੇਖਣ ਨੂੰ ਮਿਲਣਗੇ ਤੁਹਾਨੂੰ। ਸਮਝ ਗਏ? ਪ੍ਰਾਈਵੇਟ ਪਬਲਿਕ ਸੈਕਟਰ ਦੋਨੋਂ ਦੇਖਣ ਨੂੰ ਮਿਲਣਗੇ ਤੁਹਾਨੂੰ। ਦੈਨ ਜਿਵੇਂ PPC ਮਾਡਲ ਹੋ ਗਿਆ, ਪ੍ਰਾਈਵੇਟ ਪਬਲਿਕ ਕਾਰਪੋਰੇਸ਼ਨ ਹੋ ਗਿਆ,
ਜਿਵੇਂ ਹਾਈਵੇ ਬਣਦੇ ਆ PPC ਮੋਡਲ ਦੁਆਰਾ ਬਣਦੇ ਨੇ। ਅੱਜ ਕੱਲ੍ਹ ਤਾਂ ਬਹੁਤ ਹੋ ਚੁੱਕਾ ਹੈ ਇਸ ਪ੍ਰਾਈਵੇਟ ਤੇ ਪਬਲਿਕ ਸੈਕਟਰ ਦਾ ਮਿਕਸਚਰ ਹੋ ਚੁੱਕਾ ਹੈ, ਇਨਵੈਸਟਮੈਂਟ ਵੀ ਦੋਨਾਂ ਪਾਸੋਂ ਆਉਣ ਲੱਗ ਪਈ ਹੈ। ਤਾਂ ਗੌਰਮੈਂਟ ਦਾ ਮਿਕਸ ਇਕੋਨਮੀ 'ਚ ਗੌਰਮੈਂਟ ਦਾ ਸਿਰਫ ਕੰਟਰੋਲ ਕਰਨ ਦਾ ਕੰਮ ਰਹਿ ਜਾਂਦਾ ਕਿ ਗੌਰਮੈਂਟ ਕੰਟਰੋਲ ਕਰਦੀ ਹੈ, ਦੇਖਦੀ ਹੈ, ਆਪਣੇ ਕੁਝ ਡਾਇਰੈਕਸ਼ਨ ਦੇਗੀ ਕਿ ਕਿਸ ਤਰ੍ਹਾਂ ਹੋਰ ਗਰੋਥ ਕੀਤੀ ਜਾ ਸਕਦੀ ਹੈ, ਕਿੱਥੇ ਡਿਵੈਲਪਮੈਂਟ ਕੀਤੀ ਜਾ ਸਕਦੀ ਹੈ। ਉਹ ਫਿਰ ਵੈਲਫੇਅਰ ਲਈ ਕੰਮ ਕਰਦੀ ਹੈ ਕਿ ਕੱਲ੍ਹ ਨੂੰ ਜੇ ਕੋਈ ਭੁੱਖ ਮਰਾ ਨਾ ਰਹਿ ਜਾਵੇ, ਕੱਲ੍ਹ ਨੂੰ ਕੋਈ ਤਬਕਾ SC ST ਵਾਲੇ ਜਿਹੜੇ ਪਿੱਛੇ ਨਾ ਰਹਿ ਜਾਣ, ਉਹਨਾਂ ਦੇ ਫਿਰ ਯੋਜਨਾ ਲਈ ਕੰਮ ਕਰਦੀ ਹੈ, ਉਹਨਾਂ ਨੂੰ ਸਕੋਲਰਸ਼ਿਪ ਦਿਵਾਉਂਦੀ ਹੈ, ਪੜ੍ਹਾਈ 'ਚ ਕੋਈ ਪਿੱਛੇ ਨਾ ਰਹਿ ਜਾਵੇ। ਗੌਰਮੈਂਟ ਦਾ ਕੰਮ ਫਿਰ ਇਸ ਵੱਲ ਹੋ ਜਾਂਦਾ ਹੈ ਜ਼ਿਆਦਾ ਕਿ ਇਹ ਤਬਕਾ ਨਾ ਪਿੱਛੇ ਰਹਿ ਜਾਵੇ, ਇਹ ਵੀ ਅੱਗੇ ਆਵੇ, ਇਹ ਵੀ ਮਤਲਬ ਹੈਡ ਇਕੋਨਮੀ ਵਿੱਚ ਆ ਕੇ ਆਪਣਾ ਹਿੱਸਾ ਪਾਵੇ। ਡਨ। ਫਿਰ ਉਹਨਾਂ ਦੇ ਵੈਲਫੇਅਰ ਲਈ ਸੋਚੇਗੀ। ਉਰੇ ਪਬਲਿਕ ਪ੍ਰੋਪਰਟੀ ਵੀ ਦੇਖਣ ਨੂੰ ਮਿਲੇਗੀ ਅਤੇ ਇਕਨੋਮਿਕ ਕੁਆਲਿਟੀ ਵੀ ਦੇਖਣ ਨੂੰ ਮਿਲੇਗੀ। ਡਨ। ਮਿਕਸ ਇਕੋਨਮੀ 'ਚ ਹੁੰਦਾ ਕਿ ਲੋਕਾਂ ਨੂੰ ਆਜ਼ਾਦੀ ਹੁੰਦੀ ਹੈ ਕਿ ਪ੍ਰਾਈਵੇਟ ਪ੍ਰੋਪਰਟੀ ਖਰੀਦ ਸਕਦੇ ਨੇ, ਮਗਰ ਇੱਕ ਲਿਮਟ ਤੱਕ। ਜਦ ਗੌਰਮੈਂਟ ਚਾਹਵੇ, ਗੌਰਮੈਂਟ ਨੂੰ ਲੱਗ ਰਿਹਾ ਕਿ ਉਰੇ ਸਾਨੂੰ ਆਪਣੇ ਮਤਲਬ ਕੁਝ ਇਨਵੈਸਟਮੈਂਟ ਲਈ ਜਾਂ ਅੱਗੇ ਫੈਕਟਰੀ ਲਗਾਉਣੀ ਹੈ, ਤਾਂ ਉਹ ਮਤਲਬ ਕਰ ਸਕਦੀ ਹੈ ਤਾਂ ਇੱਕ ਤਰ੍ਹਾਂ ਦਾ ਮਤਲਬ ਲੋਕਾਂ ਕੋਲ ਮਤਲਬ ਰਾਈਟ ਤਾਂ ਹੈ ਕਿ ਉਹ ਪ੍ਰਾਈਵੇਟ ਪ੍ਰੋਪਰਟੀ ਖਰੀਦ ਸਕਦੀ ਹੈ, ਮਗਰ ਕਾਨੂੰਨ ਵਿੱਚ ਇਹ ਵੀ ਵਿਵਸਥਾ ਹੈਗੀ ਹੈ ਕਿ ਕਿਸੇ ਨੂੰ ਕੰਜ਼ਰਪਸ਼ਨ ਮਤਲਬ ਪੂਰਾ ਉਹਦਾ ਕਲੇਮ ਦੇ ਕੇ ਉਸ ਤੋਂ ਫਿਰ ਉਹ ਪ੍ਰੋਪਰਟੀ ਹਥਿਆਈ ਵੀ ਜਾ ਸਕਦੀ ਹੈ, ਮਗਰ ਇਹ ਪ੍ਰੋਪਰ ਪ੍ਰੋਸੀਜਰ ਨਾਲ ਐਵੇਂ ਨਹੀਂ ਹੋਏਗਾ। ਡਨ। ਉਸ ਤੋਂ ਬਾਅਦ ਪ੍ਰਾਈਸ ਨੂੰ ਮਕੈਨਿਜ਼ਮ ਰੈਗੂਲੇਟ ਕਰਨਾ। ਮੈਂ ਤੁਹਾਨੂੰ ਕਿਹਾ ਸੀ ਕਿ ਮਤਲਬ ਇਸ ਵਿੱਚ ਮਾਰਕੀਟ ਜਿਹੜੀ ਹੈ ਉਹ ਫ੍ਰੀ ਤਾਂ ਹੋ ਜਾਂਦੀ ਹੈ, ਮਗਰ ਟਾਈਮ ਟੂ ਟਾਈਮ ਮਾਰਕੀਟ ਨੂੰ ਡਿਟਰਮਾਈਨ ਕਰਨ ਦਾ ਕੰਮ ਵੀ ਗੌਰਮੈਂਟ ਦਾ ਰਹਿੰਦਾ ਹੈ। ਕਦੀ ਸਿਚੁਏਸ਼ਨ ਬੇਕਾਰ ਆ ਗਈ ਤਾਂ ਗੌਰਮੈਂਟ ਜਿਹੜੀ ਆ ਕੇ ਪ੍ਰਾਈਸ ਮਕੈਨਿਜ਼ਮ ਨੂੰ ਰੈਗੂਲੇਟ ਕਰਦੀ ਹੈ। ਡਨ। ਓਕੇ। ਪ੍ਰੋਫਿਟ ਮੋਟਿਵ ਵੀ ਹੈ, ਸੋਸ਼ਲ ਵੈਲਫੇਅਰ ਵੀ ਹੈ, ਦੋਨਾਂ ਦਾ ਮਿਕਸਚਰ ਦੇਖਣ ਨੂੰ ਮਿਲਦਾ ਸਾਨੂੰ ਕਿ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਆਪਣਾ ਪ੍ਰੋਫਿਟ ਕਮਾਉਂਦੀਆਂ ਰਹਿੰਦੀਆਂ ਅਤੇ ਜਿਹੜੀ ਸਰਕਾਰ ਆਪਣਾ ਸੋਸ਼ਲ ਵੈਲਫੇਅਰ ਕਰਦੀ ਰਹਿੰਦੀ ਹੈ। ਡਨ। ਇਸ ਤਰ੍ਹਾਂ ਕੰਪੀਟੀਸ਼ਨ ਵੀ ਪ੍ਰਮੋਟ ਹੁੰਦਾ ਹੈ ਅਤੇ ਇਸ ਵਿੱਚ ਧਿਆਨ ਰੱਖਿਆ ਜਾਂਦਾ ਕਿ ਜਿਹੜਾ ਇਕਨੋਮਿਕ ਕੰਸੀਡਰੇਸ਼ਨ ਆ ਉਹ ਇੱਕ ਥਾਂ 'ਤੇ ਨਾ ਚਲਾ ਜਾਵੇ। ਡਨ। ਹੁਣ ਪ੍ਰੋਡਕਸ਼ਨ ਵਿੱਚ ਜੇ ਮੈਂ ਗੱਲ ਕਰਾਂ, ਇਹ ਜਿਹੜਾ ਪ੍ਰੋਡਕਸ਼ਨ ਹੈ ਇਸਦਾ ਮਤਲਬ ਕੀ ਹੋ ਗਿਆ ਕਿ ਕੋਈ ਵੀ ਇਕਨੋਮਿਕ ਐਕਟੀਵਿਟੀ ਕੀਤੀ ਉਸਦਾ ਆਊਟਕਮ ਚੋਂ ਨਿਕਲ ਕੇ ਆਇਆ, ਉਹਨੂੰ ਆਪਾਂ ਪ੍ਰੋਡਕਸ਼ਨ ਕਹਿ ਤਾ। ਕਹਿੰਦੇ ਕੋਈ ਐਸੀ ਐਕਟੀਵਿਟੀ ਜਿਸ ਦੇ ਨਾਲ ਮਤਲਬ ਆਪਾਂ ਕਿਸੇ ਬਾਹਰਲੇ ਲੋਕਾਂ ਨੂੰ ਜਾਂ ਬਾਹਰਲੇ ਮਤਲਬ ਕਿ ਤੁਹਾਡੇ ਆਸ-ਪਾਸ ਲੋਕਾਂ ਨੂੰ ਸੈਟਿਸਫਾਈ ਕਰ ਪਾਏ ਥਰੂ ਦਾ ਐਕਸਚੇਂਜ, ਉਹ ਆਪਣੀ ਪ੍ਰੋਡਕਸ਼ਨ ਹੋ ਗਈ। ਡਨ। ਉਹਨਾਂ 'ਚ ਮੋਸਟਲੀ ਪ੍ਰੋਡਕਸ਼ਨ ਵਿੱਚ ਜਿਹੜੇ ਫੈਕਟਰਸ ਹੁੰਦੇ ਨੇ ਉਹ ਧਿਆਨ 'ਚ ਰੱਖਣੇ ਆਪਾਂ ਨੇ। ਡਨ। ਕਿਹੜੇ ਕਿਹੜੇ ਹੁੰਦੇ ਨੇ? ਲੈਂਡ ਹੁੰਦੀ ਹੈ, ਲੇਬਰ ਹੁੰਦਾ ਹੈ, ਕੈਪੀਟਲ ਹੁੰਦੀ ਹੈ, ਐਂਟਰਪ੍ਰੀਨਿਓਰ। ਇਸ ਤੋਂ ਬਿਨਾਂ ਤਾਂ ਕੋਈ ਕੰਮ ਹੋ ਹੀ ਨਹੀਂ ਸਕਦਾ। ਕੋਈ ਵੀ ਇਕਨੋਮਿਕ ਐਕਟੀਵਿਟੀ ਕਰਨੀ ਹੈ ਉਹਦੇ ਲਈ ਇਹਨਾਂ ਚਾਰਾਂ ਦੀ ਲੋੜ ਜ਼ਰੂਰ ਪਏਗੀ। ਕੋਈ ਵੀ ਪ੍ਰੋਡਕਸ਼ਨ ਕਰਨੀ ਹੈ ਇਹਨਾਂ ਚਾਰਾਂ ਦੀ ਲੋੜ ਜ਼ਰੂਰ ਪਏਗੀ। ਸਮਝ ਗਏ? ਲੈਂਡ ਦੀ ਲੋੜ ਪਏਗੀ ਇੱਕ ਪ੍ਰਾਇਮਰੀ ਫੈਕਟਰ ਹੈ, ਇਸ ਤੋਂ ਬਿਨਾਂ ਪ੍ਰੋਡਕਸ਼ਨ ਹੋ ਹੀ ਨਹੀਂ ਸਕਦੀ। ਹੁਣ ਤੁਹਾਨੂੰ ਫੈਕਟਰੀ ਲਗਵਾਉਣੀ ਹੈ ਤਾਂ ਉਹਦੇ ਲਈ ਲੈਂਡ ਦੀ ਲੋੜ ਪਏਗੀ ਨਹੀਂ ਪਏਗੀ। ਕੋਈ ਸਰਵਿਸ ਸੈਂਟਰ ਖੋਲ੍ਹਣਾ ਹੈ, ਆਫਿਸ ਦੀ ਲੋੜ ਪਏਗੀ ਨਹੀਂ ਪਏਗੀ। ਕੋਈ ਬੈਂਕ ਖੋਲ੍ਹਣਾ ਹੈ, ਲੈਂਡ ਦੀ ਲੋੜ ਪਏਗੀ ਨਹੀਂ ਪਏਗੀ। ਸਮਝ ਗਏ? ਓਕੇ। ਉਸ ਤੋਂ ਬਾਅਦ ਫੀਚਰਸ ਕੀ ਹੈ? ਇਹ ਪਰਮਾਤਮਾ ਵੱਲੋਂ ਦਿੱਤੀ ਹੋਈ ਚੀਜ਼ ਹੈ ਲੈਂਡ। ਐਸੀ ਗੱਲ ਨਹੀਂ ਹੈ ਤੁਸੀਂ ਚਲੋ ਪੈਸੇ ਲੈ ਕੇ ਲੈ ਤਾਂ ਲੈਂਦੇ ਹੋ, ਮਗਰ ਲੈਂਡ ਕਿਹਨੇ ਦਿੱਤੀ ਹੈ ਤੁਹਾਨੂੰ? ਇੱਕ ਗਿਫਟ ਦਿੱਤਾ ਹੋਇਆ, ਨੇਚਰ ਵੱਲੋਂ ਹੀ ਤੁਹਾਨੂੰ ਗਿਫਟ ਮਿਲਿਆ ਹੋਇਆ। ਇਹਦੀ ਕੋਈ ਵੀ ਕੋਸਟ ਨਹੀਂ ਹੁੰਦੀ ਪ੍ਰੋਡਕਸ਼ਨ ਦੀ। ਲੈਂਡ ਦੀ ਕੋਈ ਕੋਸਟ ਨਹੀਂ ਹੈ, ਹੈ ਨਾ। ਅੱਗੋਂ ਜਦੋਂ ਉੱਪਰ ਫੈਕਟਰੀ ਲਗਾਉਣੀ ਉਹਦੀ ਕੋਸਟ ਚਲੋ ਜ਼ਰੂਰ ਪੈਂਦੀ, ਉਹਦਾ ਖਰਚਾ ਜ਼ਰੂਰ ਪੈਂਦਾ, ਮਗਰ ਲੈਂਡ ਦਾ ਐਸਾ ਕੋਈ ਖਾਸ ਖਰਚਾ ਨਹੀਂ ਪੈਂਦਾ। ਸਮਝ ਗਏ? ਚਲੋ ਉਸ ਤੋਂ ਬਾਅਦ ਦੇਖੋ ਲੇਬਰ। ਲੇਬਰ ਇੱਕ ਹਿਊਮਨ ਫੈਕਟਰ ਨੂੰ ਕਿਹਾ ਗਿਆ। ਡਨ। ਬਿਨਾਂ ਲੇਬਰ ਤੋਂ ਪ੍ਰੋਡਕਸ਼ਨ ਹੋ ਹੀ ਨਹੀਂ ਸਕਦੀ। ਅੱਜ ਭਾਵੇਂ ਮਸ਼ੀਨਾਂ ਨੇ ਇਸ ਦਾ ਇਸਤੇਮਾਲ ਕਰ ਲਿਆ, ਸ਼ਿਫਟ ਕਰ ਗਏ, ਬਟ ਸ਼ੁਰੂਆਤੀ ਦੌਰ 'ਤੇ ਲੇਬਰ ਤੋਂ ਬਿਨਾਂ ਕੰਮ ਹੋ ਜਾਂਦੇ ਸੀ। ਅੱਜ ਵੀ ਮਕਾਨ ਬਣਾਉਣੇ ਆ ਲੇਬਰ ਨਾਲ ਹੀ ਬਣਦੇ ਆ ਨਾ। ਲੇਬਰ ਇੱਕ ਹਿਊਮਨ ਫੈਕਟਰ ਹੈ, ਇੱਕ ਐਕਟਿਵ ਫੈਕਟਰ ਹੈ। ਇਹਨੂੰ ਸਟੋਰ ਕਰਕੇ ਨਹੀਂ ਰੱਖਿਆ ਜਾ ਸਕਦਾ ਇੱਕ ਪਾਸੇ। ਅੱਜ ਲੇਬਰ ਤੁਹਾਡੇ ਕੋਲ, ਕੱਲ੍ਹ ਕਿਸੇ ਹੋਰ ਕੋਲ ਹੋਏਗੀ। ਕਿਸੇ ਵੀ ਦੋ ਲੇਬਰ ਨੂੰ ਆਇਡੈਂਟੀਕਲ ਨਹੀਂ ਬਣਾਇਆ ਜਾ ਸਕਦਾ। ਹਰੇਕ ਦਾ ਕੰਮ ਅਲੱਗ-ਅਲੱਗ ਹੈ ਨਾ। ਹਰੇਕ ਯੂਨਿਟ 'ਚ ਕੰਮ ਵੰਡਿਆ ਹੋਇਆ, ਤੂੰ ਇਹ ਕੰਮ ਕਰੇਗਾ, ਤੂੰ ਇਹ ਕੰਮ ਕਰੇਗਾ, ਤੂੰ ਇਹ ਕੰਮ ਕਰੇਗਾ। ਡਨ। ਲੇਬਰ ਇੱਕ ਫੈਕਟਰ ਹੁੰਦਾ ਕਿ ਤੁਹਾਡੀ ਜਿਹੜੀ ਪ੍ਰੋਡਕਸ਼ਨ ਨੂੰ ਪੂਰਾ ਕਰਨ ਵਿੱਚ ਮੇਨ ਭੂਮਿਕਾ ਨਿਭਾਉਂਦਾ। ਡਨ। ਕੈਪੀਟਲ, ਇਹ ਤਿੰਨਾਂ ਚੀਜ਼ਾਂ ਤਾਂ ਹੀ ਹੋ ਪਾਉਣਗੀਆਂ। ਲੈਂਡ, ਲੇਬਰ ਜਿਹੜੀ ਚੀਜ਼ ਹੈ, ਐਂਟਰਪ੍ਰੇਨਿਓਰ ਹੈ ਜਿਹੜਾ, ਉਹ ਤਦ ਹੀ ਹੋ ਪਾਏਗਾ ਜੇ ਤੁਹਾਡੇ ਕੋਲ ਕੈਪੀਟਲ ਹੋਏਗੀ। ਪੂੰਜੀ ਨਹੀਂ ਹੈ ਤਾਂ ਕੁਛ ਵੀ ਨਹੀਂ ਹੈ। ਪੂੰਜੀ ਦਾ ਚਾਹੀਦੀ ਹੈ, ਪੈਸਾ ਦਾ ਚਾਹੀਦਾ। ਕੈਪੀਟਲ ਕੀ ਹੋਗੀ? ਪੈਸਾ ਹੋਗਾ। ਜਿੱਦਾਂ ਤੁਹਾਡੀ ਮਸ਼ੀਨਾਂ ਆਉਣੀਆਂ, ਲੈਂਡ ਆਉਣੀ ਹੈ ਨਾ, ਲੇਬਰ ਨੂੰ ਤੁਹਾਡੀ ਦਿਹਾੜੀਆਂ ਦੇਣੀ ਹੈ। ਡਨ। ਸਮਝ ਗਏ? ਓਕੇ। ਇਹ ਚੀਜ਼ਾਂ ਹੋ ਗਈਆਂ। ਡਨ। ਤਾਂ ਪੂੰਜੀ ਸਾਨੂੰ ਚਾਹੀਦੀ ਹੀ ਚਾਹੀਦੀ ਹੈ। ਓਕੇ। ਇਹ ਚੀਜ਼ਾਂ ਆਪਾਂ ਦੇਖਣ ਨੂੰ ਮਿਲਦੀਆਂ। ਹੁਣ ਇਹਨਾਂ ਤਿੰਨਾਂ ਚੀਜ਼ਾਂ ਕਿਸ ਦੇ ਉੱਪਰ ਡਿਪੈਂਡ ਹੈ? ਐਂਟਰਪ੍ਰੇਨਿਓਰ ਡਿਪੈਂਡ ਹੈ। ਜੇ ਕੋਈ ਐਂਟਰਪ੍ਰੇਨਿਓਰ ਬਣਨਾ ਚਾਹੇਗਾ, ਆਪਣਾ ਕੰਮ ਕਰਨਾ ਚਾਹੇਗਾ, ਪ੍ਰੋਡਕਸ਼ਨ ਕਰਨਾ ਚਾਹੇਗਾ, ਤਦ ਹੀ ਉਹ ਲੈਂਡ ਲਏਗਾ, ਤਦ ਹੀ ਉਹ ਲੇਬਰ ਲਏਗਾ, ਤਾਂ ਹੀ ਉਹ ਪੈਸਾ ਲਿਆਏਗਾ। ਜੇ ਐਂਟਰਪ੍ਰੇਨਿਓਰ ਨਾ ਹੋਇਆ ਤਾਂ ਤਿੰਨਾਂ ਚੀਜ਼ਾਂ ਦਾ ਖਾਕ ਪਾ ਲਓਗੇ। ਮੇਨ ਮਾਲਕ ਤਾਂ ਚਾਹੀਦਾ ਹੀ ਹੈ, ਓਨਰ ਤਾਂ ਚਾਹੀਦਾ ਹੀ ਹੈ।
ਜੋ ਨਤੀਜਾ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਬੈਲੈਂਸ ਕਰੇਗਾ ਕਿ ਕਿੰਨੀ ਲੈਂਡ ਚਾਹੀਦੀ ਹੈ, ਉਹ ਫਿਰ ਉਹੀ ਡਿਸਾਈਡ ਕਰੇਗਾ ਕਿੰਨਾ ਮੈਂ ਪ੍ਰੋਡਿਊਸ ਕਰਾਂ, ਠੀਕ ਹੈ, ਕਿਵੇਂ ਪ੍ਰੋਡਿਊਸ ਕਰਾਂ, ਕਿੱਥੇ ਪ੍ਰੋਡਿਊਸ ਕਰਾਂ। ਸਮਝ ਗਏ? ਐਂਟਰਪ੍ਰੇਨਿਓਰ ਉਹੀ ਹੋ ਸਕਦਾ ਜਿਹੜਾ ਗੁੱਡ ਐਡਮਿਨਿਸਟ੍ਰੇਟਰ ਹੋਵੇ, ਜਿਸ ਨੂੰ ਕੰਪਲੀਟ ਨੌਲੇਜ ਹੋਵੇ ਜੋ ਕੰਮ ਕਰਨਾ ਚਾਹੁੰਦਾ ਹੈ। ਇੱਕ ਇਮੈਜੀਨੇਸ਼ਨ ਜ਼ਰੂਰ ਹੋਣੀ ਚਾਹੀਦੀ ਦਿਮਾਗ 'ਚ ਕਿ ਮੈਂ ਕਿੱਥੇ ਜਾਣਾ ਹੈ, ਮੈਨੇ ਕੀ ਚੀਜ਼ ਤਿਆਰ ਕਰਵਾਉਣੀ ਹੈ ਮੈਨੇ। ਦੈਨ ਇੱਕ ਐਕਸ਼ਨ ਪ੍ਰੋਸੈਸ ਲਈ ਉਹ ਪਰਸਨ ਹੋਣਾ ਚਾਹੀਦਾ। ਇਹ ਨਹੀਂ ਹੈ ਕਿ ਗੱਲਾਂ ਹੀ ਕਰਦਾ ਰਹਿ ਜਾਵੇ, ਕੰਮ ਵੀ ਕਰੇ। ਦੈਨ ਸੋ ਇਹ ਸੀ ਸਾਰਾ ਆਪਣਾ ਮੈਕਰੋ ਇਕਨੋਮਿਕਸ। ਇਸ ਵਿੱਚ ਇਹ ਚੀਜ਼ਾਂ ਹੁੰਦੀਆਂ, ਇਸ ਵਿੱਚ ਆਪਾਂ ਇਸ ਤਰੀਕੇ ਨਾਲ ਸੋਚਦੇ ਹਾਂ। ਮਾਈਕਰੋ 'ਚ ਨਹੀਂ ਸੋਚਦੇ, ਮੈਕਰੋ 'ਚ ਸੋਚ ਰਹੇ ਹਾਂ। ਸੋ ਥੈਂਕ ਯੂ ਵੈਰੀ ਮਚ।